ਮੇਰਾ ਨਾਮ ਸਵਾਤੀ ਹੈ। ਮੈਂ ਅਮਰੀਕਾ ਦੇ ਵਿੱਚ ਰਹਿੰਦੀ ਹਾਂ। ਕੁਝ ਹੀ ਸਮਾਂ ਪਹਿਲਾਂ ਮੇਰੇ ਭਰਾ ਦੇ ਵਿਆਹ ਦਾ ਇਨਵੀਟੇਸ਼ਨ ਕਾਰਡ ਮੇਰੇ ਕੋਲ ਆਇਆ ਸੀ। ਮੇਰੇ ਵਿਆਹ ਨੂੰ ਪੂਰੇ 10 ਸਾਲ ਹੋ ਗਏ। ਮੇਰੇ ਕੋਲ 7 ਸਾਲ ਦਾ ਇੱਕ ਬੇਟਾ ਅਤੇ 5 ਸਾਲ ਦੀ ਇੱਕ ਬੇਟੀ ਸੀ। ਮੈਂ ਇੱਥੇ ਆਪਣੇ ਪਤੀ ਦੇ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਸੀ। ਜਦੋਂ ਮੇਰੇ ਮਾਤਾ-ਪਿਤਾ ਨੇ ਮੇਰਾ ਵਿਆਹ ਕੀਤਾ ਸੀ ਤਾਂ ਮੈਂ ਇੰਡੀਆ ਦੇ ਵਿੱਚ ਹੀ ਸੀ। ਕਾਫੀ ਸਮੇਂ ਤੱਕ ਮੇਰਾ ਪਤੀ ਅਤੇ ਮੈਂ ਇੰਡੀਆ ਦੇ ਵਿੱਚ ਹੀ ਰਹਿੰਦੇ ਸੀ। ਫਿਰ ਜਦੋਂ ਮੇਰੇ ਪਤੀ ਦੀ ਜੌਬ ਅਮਰੀਕਾ ਦੇ ਵਿੱਚ ਪੱਕੀ ਹੋ ਗਈ, ਫਿਰ ਅਸੀਂ ਇੱਥੇ ਸ਼ਿਫਟ ਹੋ ਗਏ ਸੀ। ਅਸੀਂ 2 ਭੈਣਾਂ ਸੀ ਅਤੇ ਸਾਡਾ ਇੱਕ ਭਰਾ ਸੀ। ਉਸ ਸਮੇਂ ਸਾਡਾ ਭਰਾ ਕਾਫੀ ਛੋਟਾ ਹੁੰਦਾ ਸੀ ਜਦੋਂ ਸਾਡੀ ਦੋਨਾਂ ਭੈਣਾਂ ਦਾ ਵਿਆਹ ਨਹੀਂ ਹੋਇਆ ਸੀ। ਪਰ ਹੁਣ ਮੇਰੇ ਭਰਾ ਦੇ ਵਿਆਹ ਦਾ ਸਮਾਂ ਆ ਗਿਆ ਸੀ। ਮੇਰੀ ਇੰਡੀਆ ਦੇ ਵਿੱਚ ਮੇਰੇ ਪਰਿਵਾਰ ਦੇ ਨਾਲ ਘੱਟ ਹੀ ਗੱਲ ਹੁੰਦੀ ਸੀ। ਜਦੋਂ ਮੈਂ ਅਮਰੀਕਾ ਆਈ ਸੀ ਤਾਂ ਉਸ ਤੋਂ 4 ਸਾਲ ਬਾਅਦ ਮੇਰੀ ਮੰਮੀ ਦੀ ਮੌਤ ਹੋ ਗਈ ਅਤੇ ਉਸ ਦੇ 2 ਸਾਲ ਬਾਅਦ ਮੇਰੇ ਪਾਪਾ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ। ਦੀਦੀ ਦਾ ਵਿਆਹ ਤਾਂ ਇੰਡੀਆ ਦੇ ਉਸ ਸ਼ਹਿਰ ਦੇ ਵਿੱਚ ਹੀ ਹੋਇਆ ਸੀ ਜਿੱਥੇ ਮੇਰਾ ਪੇਕਾ ਘਰ ਸੀ। ਦੀਦੀ ਤਾਂ ਜਲਦੀ ਪੇਕੇ ਘਰ ਆਉਂਦੀ ਜਾਂਦੀ ਰਹਿੰਦੀ ਸੀ। ਮੇਰੀ ਦੀਦੀ ਦੀ ਇੱਕ ਪਿਆਰੀ ਜਿਹੀ ਬੇਟੀ ਸੀ। ਉਸ ਦਾ ਨਾਮ ਦੀਦੀ ਨੇ ਬਹੁਤ ਪਿਆਰ ਮੁਹੱਬਤ ਦੇ ਨਾਲ ਖੁਸ਼ੀ ਰੱਖਿਆ ਸੀ। ਭਰਾ ਨੇ ਮੈਨੂੰ ਇਨਵੀਟੇਸ਼ਨ ਕਾਰਡ ਮੇਲ ਕਰ ਦਿੱਤਾ ਸੀ। ਮੈਂ ਬਹੁਤ ਐਕਸਾਈਟਡ ਸੀ ਕਿਉਂਕਿ ਮੈਨੂੰ ਇੱਥੇ ਆਏ ਹੋਏ ਪੂਰੇ 10 ਸਾਲ ਹੋ ਗਏ ਸਨ। ਮੇਰੇ ਬੱਚਿਆਂ ਨੇ ਤਾਂ ਇੰਡੀਆ ਦੇਖਿਆ ਵੀ ਨਹੀਂ ਸੀ। ਉਹ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਜ਼ਿਆਦਾ ਜਾਣਦੇ ਵੀ ਨਹੀਂ ਸਨ ਅਤੇ ਹੁਣ ਉਹਨਾਂ ਦੇ ਮਾਮੇ ਦਾ ਵਿਆਹ ਸੀ। ਇਸ ਕਰਕੇ ਹੁਣ ਸਾਡਾ ਜਾਣਾ ਬਹੁਤ ਜ਼ਰੂਰੀ ਸੀ। ਮੇਰਾ ਪਤੀ ਅਜੇ ਵੀ ਸਾਡੇ ਨਾਲ ਨਹੀਂ ਜਾ ਸਕਦਾ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਉੱਥੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਅਤੇ ਜੇਕਰ ਅਸੀਂ ਇੰਡੀਆ ਜਾਵਾਂਗੇ ਤਾਂ ਸਾਨੂੰ ਉੱਥੇ ਕਾਫੀ ਸਮਾਂ ਲੱਗ ਸਕਦਾ ਹੈ। ਇਸ ਕਰਕੇ ਮੇਰੇ ਪਤੀ ਨੇ ਕਿਹਾ ਸੀ ਕਿ ਜੇਕਰ ਉਹ ਫ੍ਰੀ ਹੁੰਦੇ ਹਨ ਤਾਂ ਉਹ ਆ ਜਾਣਗੇ। ਜੇ ਉਹ ਫ੍ਰੀ ਨਹੀਂ ਹੋਏ ਤਾਂ ਉਹਨਾਂ ਦਾ ਆਉਣਾ ਮੁਸ਼ਕਲ ਹੋਵੇਗਾ। ਵੈਸੇ ਤਾਂ ਮੇਰੇ ਪਤੀ ਨੇ ਆਪਣਾ ਟਿਕਟ ਕਰਵਾ ਲਿਆ ਸੀ। ਜੇਕਰ ਉਹ ਚਾਹੁੰਦੇ ਤਾਂ ਮੇਰੇ ਨਾਲ ਵੀ ਆ ਸਕਦੇ ਸਨ, ਪਰ ਉਹਨਾਂ ਦਾ ਐਮਰਜੈਂਸੀ ਦੇ ਵਿੱਚ ਕੁਝ ਕੰਮ ਆ ਜਾਣ ਦੇ ਕਾਰਨ ਤਾਂ ਉਹ ਸਾਡੇ ਨਾਲ ਨਹੀਂ ਆ ਸਕੇ। ਮੈਂ ਅਤੇ ਮੇਰੇ ਬੱਚੇ ਬਹੁਤ ਖੁਸ਼ ਸਨ। ਇੰਨੇ ਸਾਲਾਂ ਬਾਅਦ ਅਸੀਂ ਇੰਡੀਆ ਜਾਣ ਵਾਲੇ ਸੀ, ਆਪਣਿਆਂ ਦੇ ਨਾਲ ਮਿਲਣ ਵਾਲੇ ਸੀ। ਮੇਰੀ ਤਾਂ ਕਾਫੀ ਸਮੇਂ ਤੋਂ ਆਪਣੀ ਦੀਦੀ ਦੇ ਨਾਲ ਗੱਲ ਵੀ ਨਹੀਂ ਹੋਈ ਸੀ। ਮੇਰੀ ਗੱਲ ਕਦੇ ਆਪਣੇ ਭਰਾ ਦੇ ਨਾਲ ਹੋ ਜਾਂਦੀ ਸੀ ਜੋ ਜ਼ਿਆਦਾਤਰ ਆਪਣੇ ਕੰਮ ਦੇ ਵਿੱਚ ਬਿਜ਼ੀ ਹੁੰਦਾ ਸੀ, ਪਰ ਜਿਵੇਂ ਹੀ ਉਹ ਫ੍ਰੀ ਹੁੰਦਾ ਸੀ ਤਾਂ ਮੈਨੂੰ ਉਹ ਵੀਡੀਓ ਕਾਲ ਜ਼ਰੂਰ ਕਰਦਾ ਸੀ। ਮੈਂ ਕਈ ਵਾਰ ਆਪਣੇ ਭਰਾ ਅਤੇ ਦੀਦੀ ਨੂੰ ਅਮਰੀਕਾ ਆਉਣ ਦੇ ਲਈ ਇਨਵਾਈਟ ਵੀ ਕੀਤਾ ਸੀ, ਪਰ ਉਹ ਲੋਕ ਇੱਥੇ ਆਏ ਹੀ ਨਹੀਂ ਸਨ। ਫਿਲਹਾਲ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਇੰਡੀਆ ਆ ਗਈ ਸੀ। ਮੈਂ ਦੇਖਿਆ ਸੀ ਕਿ 10 ਸਾਲ ਬਾਅਦ ਵੀ ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ ਉਹੀ ਦੀ ਉਹੀ ਸੀ। ਇੱਥੇ ਬਹੁਤ ਕੁਝ ਬਦਲ ਚੁੱਕਿਆ ਸੀ। ਸਮਾਂ, ਹਾਲਾਤ ਤੇ ਇੱਥੋਂ ਦੇ ਨਜ਼ਾਰੇ ਸਭ ਕੁਝ ਦੇਖਣ ਦੇ ਵਿੱਚ ਨਵਾਂ ਲੱਗਦਾ ਸੀ। ਮੇਰੇ ਭਰਾ ਦੀ ਅੱਜ ਹਲਦੀ ਸੀ। ਉਹ ਬਹੁਤ ਖੁਸ਼ ਨਜ਼ਰ ਆ ਰਹੇ ਸਨ ਕਿਉਂਕਿ ਉਸ ਦਾ ਵਿਆਹ ਉਸਦੀ ਪਸੰਦ ਦੀ ਲੜਕੀ ਦੇ ਨਾਲ ਹੋ ਰਿਹਾ ਸੀ। ਇੱਥੋਂ ਆਉਣ ਤੋਂ ਬਾਅਦ ਜਦੋਂ ਮੈਂ ਇੱਥੋਂ ਦਾ ਖਾਣਾ ਖਾਧਾ ਤਾਂ ਮੈਨੂੰ ਆਪਣੇ ਬਚਪਨ ਦੀ ਯਾਦ ਆ ਗਈ ਸੀ। ਵੈਸੇ ਤਾਂ ਮੈਂ ਇੱਥੋਂ ਵਰਗਾ ਖਾਣਾ ਕਦੇ ਅਮਰੀਕਾ ਵਿੱਚ ਵੀ ਬਣਾ ਲੈਂਦੀ ਸੀ, ਪਰ ਇੱਥੋਂ ਦੇ ਖਾਣੇ ਦੀ ਤਾਂ ਕੁਝ ਗੱਲ ਹੀ ਅਲੱਗ ਹੈ। ਮੇਰੇ ਬੱਚੇ ਇੱਥੇ ਆ ਕੇ ਬਹੁਤ ਖੁਸ਼ ਹੋਏ ਸਨ ਕਿਉਂਕਿ ਉਹਨਾਂ ਦੇ ਲਈ ਵੀ ਇਹ ਸਭ ਕੁਝ ਨਵਾਂ ਸੀ। ਉਹਨਾਂ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਤਾ ਨਹੀਂ ਉਹ ਕਿਹੜੀ ਦੁਨੀਆ ਦੇ ਵਿੱਚ ਆ ਗਏ ਹਨ। ਵਿਦੇਸ਼ ਦੇ ਵਿੱਚ ਅਤੇ ਸਾਡੇ ਦੇਸ਼ ਦੇ ਵਿੱਚ ਕਾਫੀ ਅੰਤਰ ਹੈ। ਮੇਰੇ ਭਰਾ ਦੀ ਹਲਦੀ ਦਾ ਪ੍ਰੋਗਰਾਮ ਨਿਬੜ ਚੁੱਕਿਆ ਸੀ। ਆਖਰਕਾਰ ਬਰਾਤ ਦਾ ਦਿਨ ਆ ਗਿਆ ਸੀ, ਪਰ ਮੈਂ ਇੰਤਜ਼ਾਰ ਕਰ ਰਹੀ ਸੀ ਇੱਕ ਅਜੇ ਇਨਸਾਨ ਦਾ ਜਿਸ ਨੂੰ ਮਿਲਣ ਦੇ ਲਈ ਮੈਂ ਬਹੁਤ ਬੇਚੈਨ ਸੀ। ਉਸ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣ ਦੇ ਲਈ ਮੇਰੀਆਂ ਅੱਖਾਂ ਤਰਸ ਰਹੀਆਂ ਸਨ। ਉਹ ਸੀ ਮੇਰੀ ਦੀਦੀ ਦੀ ਬੇਟੀ ਖੁਸ਼ੀ, ਮੇਰੀ ਵੱਡੀ ਭੈਣ ਜਿਸ ਨੇ ਬਚਪਨ ਤੋਂ ਹੀ ਮੇਰਾ ਬਹੁਤ ਖਿਆਲ ਰੱਖਿਆ ਸੀ। ਕਦੇ ਵੀ ਸਾਡੇ ਵਿਚਕਾਰ ਕੋਈ ਲੜਾਈ ਨਹੀਂ ਹੋਈ ਸੀ। ਅਸੀਂ ਦੋਵੇਂ ਇੱਕ ਦੂਜੇ ਦਾ ਬਹੁਤ ਖਿਆਲ ਰੱਖਿਆ ਕਰਦੀਆਂ ਸੀ। ਜਦੋਂ ਮੇਰੀ ਦੀਦੀ ਦਾ ਵਿਆਹ ਹੋ ਗਿਆ ਸੀ ਤਾਂ ਮੈਂ ਜਲਦੀ ਉਹਨਾਂ ਦੇ ਸਹੁਰੇ ਘਰ ਜਾਂਦੀ ਰਹਿੰਦੀ ਸੀ। ਪਾਪਾ ਨੇ ਉਸ ਦਾ ਵਿਆਹ ਇੱਕ ਅਮੀਰ ਲੜਕੇ ਦੇ ਨਾਲ ਕਰਵਾਇਆ ਸੀ। ਉਹਨਾਂ ਦੇ ਪਤੀ ਬਹੁਤ ਚੰਗੇ ਸਨ। ਉਹਨਾਂ ਨੇ ਆਪਣੇ ਵਿਆਹ ਦੇ 3 ਮਹੀਨਿਆਂ ਬਾਅਦ ਹੀ ਸਾਰਿਆਂ ਨੂੰ ਆਪਣੇ ਮਾਂ ਬਣਨ ਦੀ ਖੁਸ਼ੀ ਸੁਣਾਈ ਸੀ ਅਤੇ ਫਿਰ 9 ਮਹੀਨੇ ਪੂਰੇ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਸੀ। ਖੁਸ਼ੀ ਜੋ ਮੇਰੀ ਭਾਂਜੀ ਸੀ, ਜਿਸ ਨੂੰ ਮੈਂ ਬਹੁਤ ਪਿਆਰ ਕਰਦੀ ਸੀ। ਭਾਂਜੀਆਂ ਤਾਂ ਮਾਸੀਆਂ ਦੀਆਂ ਜਾਨ ਹੁੰਦੀਆਂ ਹਨ। ਬਚਪਨ ਤੋਂ ਲੈ ਕੇ ਜਦੋਂ ਉਹ 6 ਸਾਲ ਦੀ ਸੀ ਉਦੋਂ ਤੱਕ ਮੈਂ ਉਸ ਨੂੰ ਆਪਣੀ ਗੋਦੀ 'ਚ ਖੜਾਇਆ ਸੀ ਅਤੇ ਫਿਰ ਮੇਰਾ ਵਿਆਹ ਹੋ ਗਿਆ। ਮੈਂ ਉਹਨਾਂ ਸਾਰਿਆਂ ਤੋਂ ਦੂਰ ਚਲੀ ਗਈ ਸੀ। ਮੇਰੀ ਭਾਂਜੀ 9 ਸਾਲ ਦੀ ਸੀ ਜਦੋਂ ਮੇਰੀ ਦੀਦੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ। ਦੱਸਿਆ ਗਿਆ ਸੀ ਕਿ ਅਚਾਨਕ ਉਹਨਾਂ ਦੇ ਦਿਮਾਗ ਦੀ ਨਾੜੀ ਫਟਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਮੈਂ ਤਾਂ ਉਸ ਸਮੇਂ ਅਮਰੀਕਾ ਦੇ ਵਿੱਚ ਹੀ ਸੀ। ਮੇਰੀ ਛੋਟੀ ਬੇਟੀ ਉਸ ਸਮੇਂ ਮੇਰੇ ਪੇਟ ਦੇ ਵਿੱਚ ਸੀ। ਉਸ ਸਮੇਂ ਮੈਂ ਇੰਡੀਆ ਦੇ ਵਿੱਚ ਨਹੀਂ ਆ ਸਕਦੀ ਸੀ। ਅਖੀਰਲੇ ਸਮੇਂ ਦੇ ਵਿੱਚ ਮੈਂ ਆਪਣੀ ਭੈਣ ਨੂੰ ਵੀ ਨਹੀਂ ਦੇਖ ਸਕੀ ਸੀ। ਮੈਨੂੰ ਆਪਣੀ ਦੀਦੀ ਦੀ ਮੌਤ ਦਾ ਬਹੁਤ ਜ਼ਿਆਦਾ ਅਫਸੋਸ ਸੀ, ਪਰ ਮੇਰਾ ਜੀਜੂ ਬਹੁਤ ਚੰਗਾ ਸੀ। ਉਹ ਜਿੰਨਾ ਜ਼ਿਆਦਾ ਪਿਆਰ ਆਪਣੀ ਪਤਨੀ ਨੂੰ ਕਰਦੇ ਸਨ ਉਸ ਤੋਂ ਜ਼ਿਆਦਾ ਪਿਆਰ ਆਪਣੀ ਬੇਟੀ ਨੂੰ ਕਰਦੇ ਸਨ। ਮੈਨੂੰ ਖੁਸ਼ੀ ਦੀ ਫਿਕਰ ਹੋਣ ਲੱਗੀ ਸੀ
ਕਿ ਹੁਣ ਉਸ ਦੀ ਜ਼ਿੰਦਗੀ ਪਤਾ ਨਹੀਂ ਕਿਵੇਂ ਗੁਜ਼ਰੇਗੀ, ਪਰ ਮੈਨੂੰ ਇਸ ਗੱਲ ਦੀ ਵੀ ਤਸੱਲੀ ਸੀ ਕਿ ਜੀਜੂ ਜਿੰਨਾ ਆਪਣੀ ਬੇਟੀ ਦੇ ਨਾਲ ਪਿਆਰ ਕਰਦੇ ਹਨ ਉਹ ਸਾਰੀ ਜ਼ਿੰਦਗੀ ਉਸ ਨੂੰ ਬਹੁਤ ਖੁਸ਼ ਰੱਖਣਗੇ। ਉਸ ਨੂੰ ਕਦੇ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ। ਦੀਦੀ ਦੇ ਮਰਨ ਤੋਂ ਕੁਝ ਸਮਾਂ ਬਾਅਦ ਹੀ ਮੈਂ ਆਪਣੀ ਬੇਟੀ ਨੂੰ ਜਨਮ ਦਿੱਤਾ ਸੀ। ਉਸ ਤੋਂ ਬਾਅਦ ਨਾ ਤਾਂ ਮੈਨੂੰ ਕਦੇ ਮੌਕਾ ਮਿਲਿਆ ਕਿ ਮੈਂ ਜੀਜੂ ਨਾਲ ਗੱਲ ਕਰ ਸਕਾਂ, ਖੁਸ਼ੀ ਦੇ ਬਾਰੇ ਕੁਝ ਪੁੱਛ ਸਕਾਂ, ਅਤੇ ਨਾ ਹੀ ਮੇਰੇ ਭਰਾ ਨੇ ਉਸ ਦੇ ਬਾਰੇ ਕੁਝ ਦੱਸਿਆ ਸੀ। ਪਰ ਮੈਂ ਦੇਖਿਆ ਸੀ ਕਿ ਹੁਣ ਹਲਦੀ ਦਾ ਪੂਰਾ ਫੰਕਸ਼ਨ ਨਿਬੜ ਗਿਆ ਸੀ। ਖੁਸ਼ੀ ਮੈਨੂੰ ਕਿਤੇ ਦਿਖ ਨਹੀਂ ਰਹੀ ਸੀ। ਅਜਿਹਾ ਨਹੀਂ ਸੀ ਕਿ ਮੈਂ ਖੁਸ਼ੀ ਨੂੰ ਨਹੀਂ ਦੇਖਿਆ ਸੀ। ਇੱਕ ਦੋ ਵਾਰ ਭਰਾ ਨੇ ਮੈਨੂੰ ਖੁਸ਼ੀ ਦੀ ਫੋਟੋ ਸੈਂਡ ਕੀਤੀ, ਪਰ ਮੇਰੀ ਉਸ ਦੇ ਨਾਲ ਕਦੇ ਗੱਲ ਨਹੀਂ ਹੋ ਸਕੀ ਸੀ। ਖੁਸ਼ੀ ਦੀ ਉਮਰ ਲਗਭਗ ਹੁਣ 19 ਸਾਲ ਦੀ ਹੋਵੇਗੀ। ਉਹ ਜਵਾਨ ਹੋ ਕੇ ਬਿਲਕੁਲ ਮੇਰੀ ਦੀਦੀ ਦੀ ਤਰ੍ਹਾਂ ਲੱਗਦੀ ਹੋਵੇਗੀ। ਮੈਂ ਉਸ ਨੂੰ ਦੇਖਣ ਦੇ ਲਈ ਉਤਾਵਲੀ ਹੋ ਰਹੀ ਸੀ, ਪਰ ਉਹ ਪਤਾ ਨਹੀਂ ਕਿਉਂ ਆਈ ਹੀ ਨਹੀਂ ਸੀ। ਹੁਣ ਬਰਾਤ ਨਿਕਲਣ ਦਾ ਸਮਾਂ ਹੋ ਗਿਆ ਸੀ। ਅਜੇ ਤੱਕ ਵੀ ਮੇਰੀ ਭਾਣਜੀ ਮੈਨੂੰ ਕਿਤੇ ਨਹੀਂ ਦਿਖੀ ਸੀ। ਤਾਂ ਮੈਂ ਆਪਣੇ ਭਰਾ ਨੂੰ ਸਵਾਲ ਕੀਤਾ ਕਿ ਤੁਸੀਂ ਦੀਦੀ ਨੂੰ ਇਨਵੀਟੇਸ਼ਨ ਨਹੀਂ ਭੇਜਿਆ ਸੀ? ਨਾ ਤਾਂ ਜੀਜਾ ਜੀ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਖੁਸ਼ੀ। ਮੇਰੇ ਇਸ ਸਵਾਲ ਤੇ ਮੇਰੇ ਭਰਾ ਦੇ ਚਿਹਰੇ ਦੇ ਰੰਗ ਉੱਡ ਗਏ ਸਨ। ਮੈਂ ਕਿਹਾ ਕਿ ਮੈਨੂੰ ਜਵਾਬ ਦਿਓ। ਉਹ ਮੇਰੀ ਗੱਲ ਨੂੰ ਇਗਨੋਰ ਕਰਦੇ ਹੋਏ ਆਪਣੇ ਦੋਸਤ ਦੀਆਂ ਗੱਲਾਂ ਦੇ ਵਿੱਚ ਲੱਗ ਗਿਆ ਸੀ ਅਤੇ ਕਹਿਣ ਲੱਗੇ, ਦੀਦੀ ਜਲਦੀ ਜਲਦੀ ਕਰੋ, ਬਰਾਤ ਨਿਕਲਣ ਵਾਲੀ ਹੈ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਭਰਾ ਮੈਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦਾ ਵਿਆਹ ਤਾਂ ਜਿਵੇਂ ਤਿਵੇਂ ਹੋ ਗਿਆ ਸੀ, ਪਰ ਮੇਰੀ ਭਾਣਜੀ ਅਤੇ ਉਸ ਦਾ ਪਿਤਾ ਸਾਡੇ ਵਿਆਹ ਦੇ ਵਿੱਚ ਨਹੀਂ ਆਏ ਸਨ। ਮੈਂ ਆਪਣੀ ਦੀਦੀ ਦੇ ਘਰ ਦਾ ਐਡਰੈਸ ਤਾਂ ਜਾਣਦੀ ਸੀ, ਪਰ ਹੁਣ ਕਾਫੀ ਸਮਾਂ ਹੋ ਗਿਆ ਸੀ। ਰਾਸਤੇ ਵੀ ਮੈਨੂੰ ਯਾਦ ਨਹੀਂ ਸਨ। ਮੈਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਦੇ ਘਰ ਛੱਡ ਕੇ ਆਪਣੇ ਘਰ ਦੀ ਨੌਕਰਾਨੀ ਦੇ ਨਾਲ ਦੀਦੀ ਦੇ ਘਰ ਦੇ ਲਈ ਨਿਕਲ ਗਈ ਸੀ। ਉਸਨੇ ਦੀਦੀ ਦਾ ਘਰ ਦੇਖਿਆ ਹੋਇਆ ਸੀ, ਕਿਉਂਕਿ ਇਹ ਸਾਡੇ ਘਰ ਦੀ ਬਹੁਤ ਪੁਰਾਣੀ ਨੌਕਰਾਨੀ ਸੀ। ਇਸ ਨੇ ਮੈਨੂੰ ਸਾਰੇ ਰਾਸਤੇ ਦੱਸ ਦਿੱਤੇ ਸਨ, ਅਤੇ ਜਦੋਂ ਮੈਂ ਉਸਦੇ ਨਾਲ ਆਪਣੀ ਦੀਦੀ ਦੇ ਘਰ ਪਹੁੰਚੀ ਤਾਂ ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਸੀ ਕਿ ਦੀਦੀ ਦੇ ਘਰ ਦੇ ਬਾਹਰ ਤਾਂ ਬਹੁਤ ਭੀੜ ਲੱਗੀ ਹੋਈ ਸੀ। ਆਖਰਕਾਰ ਇਹ ਭੀੜ ਕਿਸ ਤਰ੍ਹਾਂ ਦੀ ਸੀ? ਮੈਂ ਨੌਕਰਾਨੀ ਨੂੰ ਕਿਹਾ ਕਿ ਤੁਸੀਂ ਇੱਥੇ ਕੀ ਰੁਕੋ, ਮੈਂ ਅੰਦਰ ਦੇਖ ਕੇ ਆਉਂਦੀ ਹਾਂ। ਜਦੋਂ ਮੈਂ ਅੰਦਰ ਗਈ ਤਾਂ ਇੱਕ ਅਜੀਬ ਜਿਹਾ ਰੌਲਾ ਰੱਪਾ ਸੀ। ਲੋਕ ਰੋ ਪਿੱਟ ਰਹੇ ਸਨ। ਇੱਕ ਪਾਸੇ ਕੁਝ ਲੋਕ ਬੈਠੇ ਰੋ ਰਹੇ ਸਨ ਅਤੇ ਦੂਜੇ ਪਾਸੇ ਇੱਕ ਆਰਥੀ ਰੱਖੀ ਹੋਈ ਸੀ। ਇਹ ਆਰਥੀ ਕਿਸ ਦੀ ਸੀ ਮੈਂ ਸਮਝ ਨਹੀਂ ਸਕੀ ਸੀ। ਕੁਝ ਹੀ ਸਮਾਂ ਹੋਇਆ ਸੀ ਜਦੋਂ ਮੈਂ ਉੱਥੋਂ ਦੇ ਲੋਕਾਂ ਨੂੰ ਗੱਲਾਂ ਕਰਦੇ ਹੋਏ ਸੁਣਿਆ ਕਿ ਵਿਚਾਰੀ ਖੁਸ਼ੀ ਨੂੰ ਕਿਸੇ ਨੇ ਮਾਰ ਦਿੱਤਾ, ਕਿ ਪਤਾ ਨਹੀਂ ਉਹ ਕੌਣ ਸੀ ਜੋ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਕੇ ਚਲਾ ਗਿਆ। ਹਜੇ 3 ਮਹੀਨੇ ਪਹਿਲਾਂ ਹੀ ਤਾਂ ਇਸ ਦੇ ਪਿਤਾ ਦੀ ਮੌਤ ਹੋਈ ਹੈ ਅਤੇ ਹੁਣ ਉਹ ਖੁਦ ਵੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ। ਇਹ ਸੁਣਨਾ ਸੀ ਕਿ ਮੇਰੇ ਕੰਨ ਖੜੇ ਹੋ ਗਏ ਸਨ ਕਿ ਇਹ ਗੱਲ ਸੱਚ ਸੀ ਕਿ ਮੇਰੀ ਭਾਣਜੀ ਖੁਸ਼ੀ ਇਸ ਦੁਨੀਆ ਤੋਂ ਜਾ ਚੁੱਕੀ ਸੀ। ਕਿ ਮੇਰੀਆਂ ਅੱਖਾਂ ਦੇ ਸਾਹਮਣੇ ਜੋ ਆਰਥੀ ਰੱਖੀ ਹੋਈ ਸੀ ਉਹ ਮੇਰੀ ਭਾਣਜੀ ਦੀ ਹੀ ਸੀ। ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਮੈਂ ਤਾਂ ਉਸ ਨੂੰ ਮਿਲਣ ਦੇ ਲਈ ਆਈ ਸੀ। ਮੈਂ ਤਾਂ ਉਸ ਨੂੰ ਮਿਲਣ ਦੇ ਲਈ ਬਹੁਤ ਬੇਚੈਨ ਹੋ ਰਹੀ ਸੀ। ਹੁਣ ਮੈਂ ਇਹ ਕੀ ਸੁਣ ਰਹੀ ਸੀ? ਕਿਉਂਕਿ ਜੋ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਸੀ ਉਹ ਸਭ ਕੁਝ ਕੋਈ ਮਜ਼ਾਕ ਨਹੀਂ ਸੀ ਜਾਂ ਫਿਰ ਕੋਈ ਝੂਠ ਨਹੀਂ ਸੀ। ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਸੀ। ਇੱਥੇ ਲੋਕ ਬਿਲਕੁਲ ਸਹੀ ਕਹਿ ਰਹੇ ਸਨ, ਪਰ ਇੱਕ ਔਰਤ ਸੀ ਜੋ ਬਹੁਤ ਉੱਚੀ ਉੱਚੀ ਰੋ ਰਹੀ ਸੀ ਅਤੇ ਉੱਚੀ ਉੱਚੀ ਬੋਲ ਰਹੀ ਸੀ ਕਿ ਉੱਠ ਜਾ ਬੇਟੀ ਖੁਸ਼ੀ, ਤੁਹਾਡੀ ਮਾਂ ਤੁਹਾਨੂੰ ਯਾਦ ਕਰ ਰਹੀ ਹੈ, ਤੁਹਾਡੀ ਮਾਂ ਤੁਹਾਨੂੰ ਬੁਲਾ ਰਹੀ ਹੈ। ਇਹ ਆਵਾਜ਼ ਸੁਣਦੇ ਹੀ ਮੈਂ ਉਸਦੇ ਚਿਹਰੇ ਨੂੰ ਬਹੁਤ ਧਿਆਨ ਦੇ ਨਾਲ ਦੇਖਿਆ ਸੀ। ਆਖਰਕਾਰ ਇਹ ਖੁਸ਼ੀ ਨੂੰ ਆਪਣੀ ਬੇਟੀ ਕਿਉਂ ਦੱਸ ਰਹੀ ਸੀ, ਜਦੋਂ ਕਿ ਖੁਸ਼ੀ ਦੀ ਮਾਂ ਤਾਂ ਮੇਰੀ ਭੈਣ ਸੀ। ਇਹ ਸਭ ਕੁਝ ਮੈਂ ਕੀ ਦੇਖ ਰਹੀ ਸੀ? ਇਹ ਸਭ ਕੁਝ ਮੈਂ ਕੀ ਸੁਣ ਰਹੀ ਸੀ? ਮੇਰੇ ਤਾਂ ਕੁਝ ਵੀ ਸਮਝ ਦੇ ਵਿੱਚ ਨਹੀਂ ਆ ਰਿਹਾ ਸੀ ਕਿ ਇੱਥੇ ਹੋ ਕੀ ਰਿਹਾ ਹੈ। ਮੇਰੀ ਭਾਣਜੀ ਨੂੰ ਕਿਸੇ ਨੇ ਮਾਰ ਦਿੱਤਾ। ਉਸ ਨੂੰ ਕਿਸੇ ਨੇ ਕਿਉਂ ਮਾਰਿਆ? ਮੇਰੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਘੁੰਮ ਰਹੇ ਸਨ। ਇੱਥੇ ਮੈਨੂੰ ਕੋਈ ਨਹੀਂ ਜਾਣਦਾ ਸੀ, ਕਿਉਂਕਿ ਇੱਕ ਮੇਰਾ ਜੀਜਾ ਹੀ ਸੀ ਜੋ ਮੈਨੂੰ ਜਾਣਦਾ ਸੀ, ਅਤੇ ਇੱਥੇ ਲੋਕ ਉਹਨਾਂ ਦੇ ਬਾਰੇ ਵੀ ਇਹੀ ਗੱਲਾਂ ਕਰ ਰਹੇ ਸਨ ਕਿ ਉਹਨਾਂ ਦੀ ਮੌਤ 3 ਮਹੀਨੇ ਪਹਿਲਾਂ ਹੋ ਚੁੱਕੀ ਹੈ। ਮੈਨੂੰ ਗੁੱਸਾ ਤਾਂ ਇਸ ਗੱਲ ਤੇ ਆ ਰਿਹਾ ਸੀ ਕਿ ਮੇਰੇ ਭਰਾ ਨੇ ਮੈਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ ਸੀ। ਇੱਕ ਔਰਤ ਨੇ ਚਿਹਰੇ ਤੋਂ ਸਫੇਦ ਚਾਦਰ ਨੂੰ ਹਟਾਇਆ ਤਾਂ ਮੇਰੀਆਂ ਅੱਖਾਂ ਉਸ ਦੇ ਚਿਹਰੇ ਤੇ ਜੰਮ ਗਈਆਂ ਸਨ। ਉਸ ਦਾ ਚਿਹਰਾ ਬਿਲਕੁਲ ਮੇਰੀ ਦੀਦੀ ਦੀ ਤਰ੍ਹਾਂ ਸੀ। ਉਹ ਬਿਲਕੁਲ ਆਪਣੀ ਮਾਂ ਤੇ ਗਈ ਸੀ। ਉਹ ਇਸ ਸਮੇਂ ਜਵਾਨ ਅਤੇ ਖੂਬਸੂਰਤ ਸੀ, ਪਰ ਉਸ ਦਾ ਸਰੀਰ ਅਰਥੀ ਤੇ ਪਿਆ ਹੋਇਆ ਸੀ। ਮੈਂ ਇਹ ਸਭ ਕੁਝ ਆਪਣੀਆਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੀ ਸੀ। ਇਹ ਸਭ ਕੁਝ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਇਸ ਕਰਕੇ ਮੈਂ ਰੋਂਦੀ ਹੋਈ ਆਪਣੀ ਗੱਡੀ ਦੇ ਵਿੱਚ ਆ ਕੇ ਬੈਠ ਗਈ ਸੀ ਅਤੇ ਉੱਚੀ ਉੱਚੀ ਰੋਈ ਸੀ। ਮੇਰੀ ਭੈਣ ਇਸ ਦੁਨੀਆ ਦੇ ਵਿੱਚੋਂ ਚਲੀ ਗਈ, ਮੇਰਾ ਜੀਜਾ ਵੀ ਇਸ ਦੁਨੀਆ ਚੋਂ ਚਲਾ ਗਿਆ, ਇੱਥੋਂ ਤੱਕ ਕਿ ਮੇਰੀ ਭਾਣਜੀ ਵੀ ਇਸ ਦੁਨੀਆ ਦੇ ਵਿੱਚੋਂ ਚਲੀ ਗਈ। ਇੰਨਾ ਸਭ ਕੁਝ ਹੋ ਗਿਆ ਅਤੇ ਮੈਨੂੰ ਕੁਝ ਪਤਾ ਕਿਉਂ ਨਹੀਂ ਲੱਗਿਆ। ਉਹ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਦੁਖੀ ਦਿਨ ਸਾਬਿਤ ਹੋਇਆ ਸੀ। ਮੈਂ ਰੋਂਦੇ ਹੋਏ ਆਪਣੇ ਭਰਾ ਦੇ ਘਰ ਆਈ ਅਤੇ ਉਸ ਨੂੰ ਦੱਸਿਆ ਕਿ ਅੱਜ ਖੁਸ਼ੀ ਦੀ ਮੌਤ ਹੋ ਗਈ ਅਤੇ
ਅਤੇ ਤੁਸੀਂ ਮੈਨੂੰ ਇਸ ਬਾਰੇ ਦੱਸਿਆ ਵੀ ਨਹੀਂ। ਸਾਡੇ ਲਈ ਇਹ ਸਮਾਂ ਦੁੱਖ ਦਾ ਹੈ ਅਤੇ ਤੁਸੀਂ ਇੱਥੇ ਆਪਣੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਸੀ। 3 ਮਹੀਨੇ ਪਹਿਲਾਂ ਜੀਜੂ ਦੀ ਮੌਤ ਹੋ ਚੁੱਕੀ ਹੈ। ਤੁਸੀਂ ਮੈਨੂੰ ਇਸ ਬਾਰੇ ਵੀ ਕਿਉਂ ਨਹੀਂ ਦੱਸਿਆ? ਮੇਰੇ ਇਹਨਾਂ ਸਵਾਲਾਂ ਤੇ ਮੇਰੇ ਭਰਾ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਸੀ। ਉਸਨੇ ਆਪਣਾ ਚਿਹਰਾ ਝੁਕਾ ਲਿਆ ਸੀ। ਮੈਂ ਕਿਹਾ, ਰਾਹੁਲ, ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਤੁਹਾਨੂੰ ਮੈਨੂੰ ਦੱਸਣਾ ਚਾਹੀਦਾ ਸੀ ਕਿ ਜੀਜੂ ਦੇ ਮਰਨ ਤੋਂ ਬਾਅਦ ਤੁਸੀਂ ਕਦੇ ਖੁਸ਼ੀ ਦੀ ਖਬਰ ਨਹੀਂ ਲਈ। ਤੁਹਾਨੂੰ ਪਤਾ ਵੀ ਹੈ ਕਿ ਖੁਸ਼ੀ ਆਪਣੇ ਆਪ ਨਹੀਂ ਮਰੀ ਹੈ, ਬਲਕਿ ਉਸ ਨੂੰ ਕਿਸੇ ਨੇ ਮਾਰ ਦਿੱਤਾ ਹੈ। ਗੋਲੀ ਮਾਰ ਕੇ ਕਿਸੇ ਨੇ ਉਸ ਦੀ ਹੱਤਿਆ ਕੀਤੀ ਹੈ। ਤਾਂ ਭਰਾ ਨੇ ਮੈਨੂੰ ਹੈਰਾਨ ਹੋ ਕੇ ਦੇਖਿਆ ਤੇ ਕਹਿਣ ਲੱਗਿਆ ਕਿ ਇਹ ਤੁਸੀਂ ਕੀ ਕਹਿ ਰਹੇ ਹੋ ਦੀਦੀ? ਮੈਂ ਕਿਹਾ, ਮੈਂ ਬਿਲਕੁਲ ਸੱਚ ਕਹਿ ਰਹੀ ਹਾਂ। ਮੈਂ ਹੁਣੇ ਉੱਥੋਂ ਹੀ ਆ ਰਹੀ ਹਾਂ। ਹੁਣ ਇਹ ਖੁਸ਼ੀ ਦਾ ਅੰਤਮ ਸੰਸਕਾਰ ਹੋਇਆ ਹੈ। ਦੋਸਤੋ, ਤੁਸੀਂ ਇਹ ਸਭ ਕੁਝ ਮੇਰੇ ਤੋਂ ਕਿਉਂ ਲੁਕੋਇਆ? ਰਾਹੁਲ ਕਹਿਣ ਲੱਗਿਆ ਕਿ ਅਸਲ ਦੇ ਵਿੱਚ ਮੈਂ ਕਦੇ ਵੀ ਖੁਸ਼ੀ ਅਤੇ ਜੀਜੂ ਦੇ ਬਾਰੇ ਕੋਈ ਖਬਰ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਤੁਸੀਂ ਵੀ ਜਾ ਚੁੱਕੇ ਸੀ, ਦੀਦੀ ਵੀ ਇਸ ਦੁਨੀਆ ਦੇ ਵਿੱਚੋਂ ਜਾ ਚੁੱਕੀ ਸੀ। ਮੈਂ ਜ਼ਿਆਦਾਤਰ ਆਪਣੇ ਦੋਸਤਾਂ ਦੇ ਵਿੱਚ ਹੀ ਬਿਜੀ ਰਹਿੰਦਾ ਸੀ। ਮੈਨੂੰ ਆਪਣੀ ਭਾਣਜੀ ਦੇ ਨਾਲ ਜ਼ਿਆਦਾ ਪਿਆਰ ਨਹੀਂ ਸੀ। ਜੀਜੂ ਦੀ ਵੀ ਮੇਰੇ ਨਾਲ ਜ਼ਿਆਦਾ ਮੁਲਾਕਾਤ ਨਹੀਂ ਹੁੰਦੀ ਸੀ। ਪਰ ਇੱਕ ਦਿਨ ਮੈਨੂੰ ਜੀਜੂ ਦੀ ਬਹੁਤ ਜ਼ਰੂਰਤ ਮਹਿਸੂਸ ਹੋ ਰਹੀ ਸੀ। ਮੈਂ ਉਹਨਾਂ ਦੇ ਆਫਿਸ ਦੇ ਵਿੱਚ ਚਲਾ ਗਿਆ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਮੈਨੂੰ ਆਪਣੇ ਬਿਜ਼ਨਸ ਦੇ ਵਿੱਚ 50-50 ਦਾ ਪਾਰਟਨਰ ਬਣਾ ਲਵੇ। ਮੈਂ ਸੋਚਿਆ ਸੀ ਕਿ ਮੈਂ ਜੀਜੂ ਦਾ ਇੱਕੋ ਇੱਕ ਸਾਲਾ ਹਾਂ, ਉਹ ਮੇਰੇ ਲਈ ਇੰਨਾ ਤਾਂ ਕਰ ਹੀ ਸਕਦੇ ਹਨ। ਪਰ ਜਦੋਂ ਮੈਂ ਜੀਜੂ ਦੇ ਨਾਲ ਇਸ ਬਾਰੇ ਗੱਲ ਕੀਤੀ, ਮੈਂ ਇੱਕ ਵੱਡੀ ਕੰਪਨੀ ਦੇ ਨਾਲ ਡੀਲ ਕਰਨ ਵਾਲਾ ਹਾਂ, ਤਾਂ ਮੈਨੂੰ ਕਿਸੇ ਅਜਿਹੇ ਪਾਰਟਨਰ ਦੀ ਜ਼ਰੂਰਤ ਹੈ ਜਿਸ ਨੂੰ ਬਿਜ਼ਨਸ ਦਾ ਚੰਗਾ ਐਕਸਪੀਰੀਅੰਸ ਹੋਵੇ। ਤੁਸੀਂ ਤਾਂ ਸਾਰੀ ਜ਼ਿੰਦਗੀ ਅਯਾਸ਼ੀਆਂ ਦੇ ਵਿੱਚ ਗੁਜ਼ਾਰੀ ਹੈ, ਸਾਰੀ ਜ਼ਿੰਦਗੀ ਆਪਣੇ ਪਿਓ ਦੀ ਕਮਾਈ ਤੇ ਗੁਜ਼ਾਰੀ ਹੈ। ਕਦੇ ਕੋਈ ਨੌਕਰੀ ਮਿਲ ਜਾਂਦੀ ਹੈ ਤਾਂ ਕਰ ਲੈਂਦਾ ਹੈ। ਤੁਹਾਡੇ ਕਾਰਨ ਮੈਨੂੰ ਬਿਜ਼ਨਸ ਦੇ ਵਿੱਚ ਲਾਸ ਹੋ ਸਕਦਾ ਹੈ। ਮੈਂ ਤੁਹਾਨੂੰ ਆਪਣਾ ਪਾਰਟਨਰ ਨਹੀਂ ਬਣਾ ਸਕਦਾ। ਉਸ ਦਿਨ ਮੇਰੀ ਜੀਜੂ ਨਾਲ ਬਹੁਤ ਲੜਾਈ ਹੋਈ ਸੀ। ਇਸ ਕਰਕੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਿਲਣ ਦੇ ਲਈ ਨਹੀਂ ਗਿਆ ਸੀ। ਅਤੇ ਰਹੀ ਖੁਸ਼ੀ ਦੀ ਗੱਲ, ਖੁਸ਼ੀ ਦੇ ਬਾਰੇ ਵੀ ਮੈਂ ਕਦੇ ਕੋਈ ਖਬਰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਗੁੱਸੇ ਹੁੰਦੇ ਹੋਏ ਰਾਹੁਲ ਨੂੰ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ? ਰਾਹੁਲ, ਤੁਸੀਂ ਖੁਸ਼ੀ ਦੇ ਮਾਮਾ ਹੋ ਅਤੇ ਮਾਮਾ ਤਾਂ ਆਪਣੀ ਭਾਣਜਾ ਭਾਣਜੀ ਦੀ ਸੁਰੱਖਿਆ ਕਰਦਾ ਹੈ। ਤੁਹਾਨੂੰ ਤਾਂ ਸਾਡੀ ਭਾਣਜੀ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਸੀ। ਇਹ ਸੋਚਣਾ ਚਾਹੀਦਾ ਸੀ ਕਿ ਉਸ ਦੀ ਮਾਂ ਇਸ ਦੁਨੀਆ ਦੇ ਵਿੱਚ ਨਹੀਂ ਹੈ। ਪਰ ਤੁਸੀਂ ਤਾਂ ਉਸ ਦੀ ਕੋਈ ਖਬਰ ਹੀ ਨਹੀਂ ਲਈ। ਤੁਹਾਨੂੰ ਜਦੋਂ ਜੀਜੂ ਦੀ ਮੌਤ ਦੀ ਖਬਰ ਮਿਲੀ ਸੀ ਤਾਂ ਤੁਹਾਨੂੰ ਆਪਣੀ ਭਾਣਜੀ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਸੀ। ਮੇਰਾ ਭਰਾ ਚੁੱਪਚਾਪ ਮੇਰੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ। ਮੈਨੂੰ ਆਪਣੇ ਭਰਾ ਦੀ ਬੇਵਕੂਫੀ ਤੇ ਅਫਸੋਸ ਹੋ ਰਿਹਾ ਸੀ। ਉਸ ਦਿਨ ਮੈਂ ਬਹੁਤ ਰੋਈ ਸੀ। ਜਦੋਂ ਮੇਰਾ ਧਿਆਨ ਇਸ ਗੱਲ ਤੇ ਜਾਂਦਾ ਕਿ ਮੇਰੀ ਭਾਣਜੀ ਨੂੰ ਮਾਰਿਆ ਗਿਆ ਹੈ ਤਾਂ ਮੇਰੀ ਰੂਹ ਕੰਬ ਜਾਂਦੀ ਸੀ। ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰਕਾਰ ਉਹ ਕੌਣ ਹੈ ਜਿਸ ਨੇ ਮੇਰੀ ਭਾਣਜੀ ਨੂੰ ਮਰਵਾਇਆ ਹੈ। ਮੈਂ ਇਰਾਦਾ ਕਰ ਲਿਆ ਸੀ ਕਿ ਮੈਂ ਇਹ ਜਾਣ ਕੇ ਹੀ ਰਹਾਂਗੀ ਕਿ ਮੇਰੀ ਭਾਣਜੀ ਨੂੰ ਮਰਵਾਉਣ ਵਾਲਾ ਇਨਸਾਨ ਕੌਣ ਹੈ। ਮੇਰੇ ਬੱਚੇ ਵੀ ਮੈਨੂੰ ਦੇਖ ਦੇਖ ਕੇ ਬਹੁਤ ਪਰੇਸ਼ਾਨ ਹੋ ਰਹੇ ਸਨ, ਪੁੱਛ ਰਹੇ ਸਨ ਕਿ ਮੈਂ ਕਿਉਂ ਰੋ ਰਹੀ ਹਾਂ। ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਮੇਰੇ ਇੱਕ ਖਾਸ ਦੀ ਬਹੁਤ ਯਾਦ ਆ ਰਹੀ ਹੈ। ਉਹਨਾਂ ਨੂੰ ਤਾਂ ਜਿਵੇਂ ਤਿਵੇਂ ਮੈਂ ਸਮਝਾ ਦਿੱਤਾ ਸੀ, ਪਰ ਮੇਰਾ ਧਿਆਨ ਬਾਰ-ਬਾਰ ਖੁਸ਼ੀ ਦੇ ਵੱਲ ਜਾ ਰਿਹਾ ਸੀ। ਮੈਨੂੰ ਨਾ ਤਾਂ ਕੁਝ ਖਾਣਾ ਚੰਗਾ ਲੱਗ ਰਿਹਾ ਸੀ ਅਤੇ ਨਾ ਹੀ ਮੈਨੂੰ ਸ਼ਾਂਤੀ ਆ ਰਹੀ ਸੀ। ਬਸ ਮੈਂ ਇਹੀ ਸੋਚ ਰਹੀ ਸੀ ਕਿ ਮੈਂ ਹੁਣ ਕੀ ਕਰਾਂ। ਆਖਰਕਾਰ ਉਸ ਵਿਚਾਰੀ ਦੀ ਕਿਸ ਦੇ ਨਾਲ ਦੁਸ਼ਮਣੀ ਹੋ ਸਕਦੀ ਹੈ ਅਤੇ ਉਹ ਔਰਤ ਕੌਣ ਸੀ ਜੋ ਬਾਰ-ਬਾਰ ਖੁਦ ਨੂੰ ਉਸ ਦੀ ਮਾਂ ਦੱਸ ਰਹੀ ਸੀ। ਇਹ ਸਭ ਕੁਝ ਜਾਣਨ ਦੇ ਲਈ ਮੈਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਮੇਰੇ ਪਤੀ ਦਾ ਫੋਨ ਆਇਆ ਸੀ। ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਭਰਾ ਦਾ ਵਿਆਹ ਕਿਵੇਂ ਰਿਹਾ, ਤਾਂ ਮੈਂ ਉਹਨਾਂ ਨੂੰ ਰੋਂਦੇ ਹੋਏ ਖੁਸ਼ੀ ਦੇ ਬਾਰੇ ਦੱਸ ਦਿੱਤਾ। ਮੇਰਾ ਪਤੀ ਕਹਿਣ ਲੱਗਾ ਕਿ ਇਹ ਤਾਂ ਉਸ ਵਿਚਾਰੀ ਦੇ ਨਾਲ ਬਹੁਤ ਬੁਰਾ ਹੋਇਆ, ਪਰ ਮੈਂ ਆਪਣੇ ਪਤੀ ਨੂੰ ਕਿਹਾ ਸੀ ਕਿ ਜੋ ਵੀ ਸੱਚ ਹੈ ਮੈਂ ਉਹ ਸਭ ਕੁਝ ਜਾਣ ਕੇ ਹੀ ਰਹਾਂਗੀ, ਕਿਉਂਕਿ ਮੇਰੇ ਦਿਲ ਨੂੰ ਸਕੂਨ ਨਹੀਂ ਮਿਲ ਰਿਹਾ ਹੈ। ਆਖਿਰਕਾਰ ਇੰਨਾ ਸਭ ਕੁਝ ਹੋ ਗਿਆ ਅਤੇ ਮੈਨੂੰ ਪਤਾ ਵੀ ਨਹੀਂ ਲੱਗਿਆ। ਹੁਣ ਮੈਂ ਇੱਥੋਂ ਆ ਗਈ ਹਾਂ, ਪਰ ਮੈਂ ਅਮਰੀਕਾ ਵਾਪਸ ਉਸ ਸਮੇਂ ਹੀ ਆਵਾਂਗੀ ਜਦੋਂ ਤੱਕ ਮੈਂ ਸਭ ਕੁਝ ਠੀਕ ਨਹੀਂ ਕਰ ਦਿੰਦੀ। ਮੇਰਾ ਪਤੀ ਕਹਿਣ ਲੱਗਾ ਕਿ ਹੁਣ ਤੁਸੀਂ ਕੀ ਠੀਕ ਕਰੋਗੇ? ਤੁਹਾਡੀ ਭੈਣ ਇਸ ਦੁਨੀਆ ਦੇ ਵਿੱਚ ਪਹਿਲਾਂ ਹੀ ਨਹੀਂ ਰਹੀ ਸੀ। ਹੁਣ ਉਸ ਦੀ ਬੇਟੀ ਅਤੇ ਪਤੀ ਵੀ ਮਰ ਚੁੱਕੇ ਹਨ। ਤੁਸੀਂ ਮਰੇ ਹੋਏ ਲੋਕਾਂ ਨੂੰ ਜਿੰਦਾ ਤਾਂ ਨਹੀਂ ਕਰ ਸਕਦੇ ਨਾ? ਮੈਂ ਕਿਹਾ, ਮੈਂ ਮਰੇ ਹੋਏ ਲੋਕਾਂ ਨੂੰ ਜਿੰਦਾ ਨਹੀਂ ਕਰ ਸਕਦੀ ਤਾਂ ਕੀ ਹੋਇਆ, ਪਰ ਜੋ ਲੋਕ ਮਰ ਚੁੱਕੇ ਹਨ ਉਸ ਦੀ ਵਜ੍ਹਾ ਤਾਂ ਜਾਣ ਸਕਦੀ ਹਾਂ ਅਤੇ ਮੇਰੀ ਭਾਣਜੀ ਦੇ ਕਾਤਲਾਂ ਨੂੰ ਤਾਂ ਫੜ ਸਕਦੀ ਹਾਂ। ਆਖਰਕਾਰ ਉਸ ਦੇ ਕਾਤਲ ਕੌਣ ਹਨ? ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਖੜਾ ਕਰਕੇ ਉਸ ਨੂੰ ਪੁੱਛਾਂਗੀ ਕਿ ਉਸਨੇ ਮੇਰੀ ਭਾਣਜੀ ਨੂੰ ਕਿਉਂ ਮਾਰਿਆ। ਆਖਰਕਾਰ ਕੀ ਗਲਤੀ ਸੀ ਉਸ ਦੀ? ਤਾਂ ਮੇਰਾ ਪਤੀ ਕਹਿਣ ਲੱਗਿਆ ਕਿ ਚਲੋ, ਜਦੋਂ ਤੁਹਾਨੂੰ ਠੀਕ ਲੱਗੇ ਤੁਸੀਂ ਵਾਪਸ ਆ ਜਾਇਓ, ਪਰ ਆਪਣਾ ਤੇ ਬੱਚਿਆਂ ਦਾ ਬਹੁਤ ਖਿਆਲ ਰੱਖਿਓ। ਮੈਂ ਕਿਹਾ ਕਿ ਤੁਸੀਂ ਬੇਫਿਕਰ ਰਹੋ, ਇੱਥੇ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਹਨ, ਬੱਚੇ ਤਾਂ ਇੱਥੇ ਬਹੁਤ ਖੁਸ਼ ਹਨ, ਪਰ ਮੇਰਾ ਮਨ ਉਦਾਸ ਹੈ।
ਇਹ ਕਹਿ ਕੇ ਮੈਂ ਫੋਨ ਕੱਟ ਦਿੱਤਾ ਸੀ ਅਤੇ ਹੁਣ ਅਗਲੇ ਦਿਨ ਮੈਂ ਪਹਿਲਾਂ ਕਦਮ ਚੱਕਣਾ ਸੀ। ਮੈਂ ਆਪਣੀ ਦੀਦੀ ਦੇ ਗੁਆਂਢੀਆਂ ਦੇ ਘਰ ਦੇ ਵਿੱਚ ਚਲੀ ਗਈ ਸੀ। ਮੇਰੀ ਦੀਦੀ ਵਿਵਹਾਰ ਦੀ ਬਹੁਤ ਚੰਗੀ ਸੀ। ਉਹ ਆਸੇ-ਪਾਸੇ ਵਾਲਿਆਂ ਨਾਲ ਬਹੁਤ ਸੰਬੰਧ ਰੱਖਦੀ ਸੀ। ਸਾਰੇ ਆਂਢ ਗੁਆਂਢ ਵਾਲਿਆਂ ਨਾਲ ਅਤੇ ਰਿਸ਼ਤੇਦਾਰਾਂ ਨਾਲ ਬਹੁਤ ਪਿਆਰ ਦੇ ਨਾਲ ਗੱਲ ਕਰਦੀ ਸੀ। ਮੇਰੀ ਦੀਦੀ ਨੂੰ ਮਰੇ ਹੋਏ ਤਾਂ ਕਾਫੀ ਸਾਲ ਹੋ ਗਏ ਸਨ, ਪਰ ਆਂਢ ਗੁਆਂਢ ਨੂੰ ਹਰ ਇੱਕ ਗੱਲ ਦੀ ਖਬਰ ਹੁੰਦੀ ਸੀ। ਉੱਥੋਂ ਹੀ ਮੈਨੂੰ ਖੁਸ਼ੀ ਦੇ ਬਾਰੇ ਕੁਝ ਪਤਾ ਲੱਗ ਸਕਦਾ ਸੀ। ਇਸ ਕਰਕੇ ਮੈਂ ਆਪਣੀ ਪਹਿਚਾਣ ਲੁਕਾ ਕੇ ਦੀਦੀ ਦੇ ਗੁਆਂਢ ਵਾਲੇ ਘਰ ਦੇ ਵਿੱਚ ਚਲੀ ਗਈ। ਜਦੋਂ ਮੈਂ ਉੱਥੋਂ ਦਾ ਦਰਵਾਜ਼ਾ ਖੜਕਾਇਆ ਤਾਂ ਇੱਕ ਔਰਤ ਬਾਹਰ ਆਈ ਸੀ। ਮੈਂ ਉਸ ਔਰਤ ਨੂੰ ਕਿਹਾ ਕਿ ਭੈਣ ਜੀ, ਕਿ ਮੈਂ ਇੱਕ ਅਖਬਾਰ ਰਿਪੋਰਟਰ ਹਾਂ। ਕੁਝ ਦਿਨ ਪਹਿਲਾਂ ਹੀ ਤੁਹਾਡੇ ਗੁਆਂਢ ਦੇ ਵਿੱਚ ਇੱਕ ਕਤਲ ਹੋਇਆ ਹੈ, ਇੱਕ 19 ਸਾਲ ਦੀ ਲੜਕੀ ਦਾ। ਤਾਂ ਮੈਂ ਉਸ ਦੇ ਬਾਰੇ ਤੁਹਾਡੇ ਤੋਂ ਕੁਝ ਜਾਣਕਾਰੀ ਲੈਣੀ ਹੈ। ਜੇਕਰ ਤੁਸੀਂ ਮੈਨੂੰ ਸਾਰੀ ਜਾਣਕਾਰੀ ਠੀਕ ਦੱਸ ਦਿੱਤੀ ਤਾਂ ਤੁਹਾਡਾ ਫੋਟੋ ਅਖਬਾਰ ਦੇ ਵਿੱਚ ਵੀ ਆ ਸਕਦਾ ਹੈ। ਲੋਕ ਤੁਹਾਡੀ ਵਾਹ ਕਰਨਗੇ। ਆਖਰਕਾਰ ਤੁਹਾਡੇ ਕਾਰਨ ਲੋਕਾਂ ਨੂੰ ਇਸ ਲੜਕੀ ਦੇ ਬਾਰੇ ਪਤਾ ਲੱਗ ਸਕੇਗਾ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਦੇਖੋ ਭੈਣ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਸ ਦਾ ਕਾਤਲ ਬਦਲਾ ਲੈਣ ਦੇ ਲਈ ਮੇਰੇ ਕੋਲ ਆ ਜਾਵੇ, ਜਿਵੇਂ ਉਹਨਾਂ ਨੇ ਖੁਸ਼ੀ ਨੂੰ ਮਾਰ ਦਿੱਤਾ। ਮੈਂ ਕਿਹਾ ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ। ਬਸ ਤੁਹਾਨੂੰ ਖੁਸ਼ੀ ਦੀ ਕਹਾਣੀ ਸਾਨੂੰ ਸੁਣਾਉਣੀ ਪਵੇਗੀ। ਅਸੀਂ ਉਸ ਦੀ ਕਹਾਣੀ ਆਪਣੇ ਅਖਬਾਰ ਦੇ ਵਿੱਚ ਛਾਪਾਂਗੇ। ਅਸੀਂ ਤੁਹਾਡੇ ਤੋਂ ਇਹ ਥੋੜੇ ਨਾ ਪੁੱਛ ਰਹੇ ਹਾਂ ਕਿ ਖੁਸ਼ੀ ਨੂੰ ਕਿਸ ਨੇ ਮਾਰਿਆ ਹੈ। ਬਸ ਤੁਸੀਂ ਸਾਨੂੰ ਉਸ ਦੀ ਜ਼ਿੰਦਗੀ ਦੇ ਬਾਰੇ ਦੱਸ ਦਿਓ। ਉਹ ਕੀ ਕਰਦੀ ਸੀ? ਉਸ ਦੇ ਘਰ ਦੇ ਵਿੱਚ ਕੌਣ ਸੀ? ਉਹ ਕਿੱਥੇ ਪੜਨ ਜਾਂਦੀ ਸੀ? ਉਹ ਕੀ ਕੰਮ ਕਰਦੀ ਸੀ? ਇਹ ਸਭ ਕੁਝ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਨਾ। ਆਖਰਕਾਰ ਆਂਢ ਗੁਆਂਢ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ। ਤਾਂ ਉਹ ਕਹਿਣ ਲੱਗੀ ਕਿ ਹਾਂ, ਇਹ ਸਭ ਕੁਝ ਤਾਂ ਮੈਨੂੰ ਪਤਾ ਹੈ। ਮੈਂ ਉਸ ਨੂੰ ਆਉਂਦੇ ਜਾਂਦੇ ਇੱਥੋਂ ਦੀ ਲੰਘਦੇ ਦੇਖਦੀ ਸੀ। ਪਹਿਲਾਂ ਤਾਂ ਉਹ ਕਾਲਜ ਜਾਂਦੀ ਸੀ ਅਤੇ ਫਿਰ ਕਾਲਜ ਤੋਂ ਆਪਣੇ ਇੰਸਟੀਚਿਊਟ ਚਲੀ ਜਾਂਦੀ ਸੀ। ਜਦੋਂ ਉਹ ਔਰਤ ਮੈਨੂੰ ਇਹ ਸਭ ਕੁਝ ਦੱਸਣ ਦੇ ਲਈ ਤਿਆਰ ਹੋ ਗਈ ਤਾਂ ਮੈਂ ਉਸ ਨੂੰ ਕਿਹਾ ਕਿ ਅਸੀਂ ਘਰ ਦੇ ਅੰਦਰ ਬੈਠ ਕੇ ਗੱਲ ਕਰਦੇ ਹਾਂ। ਉਹ ਔਰਤ ਮੈਨੂੰ ਆਪਣੇ ਘਰ ਦੇ ਅੰਦਰ ਲੈ ਗਈ ਸੀ। ਉਸ ਦੇ ਘਰ ਦੇ ਵਿੱਚ ਹੋਰ ਵੀ ਲੋਕ ਸਨ। ਉਹ ਮੈਨੂੰ ਇੱਕ ਕਮਰੇ ਦੇ ਵਿੱਚ ਲੈ ਗਈ ਅਤੇ ਉੱਥੇ ਜਾ ਕੇ ਉਸਨੇ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਦੱਸੋ ਕਿ ਖੁਸ਼ੀ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ। ਤਾਂ ਉਹ ਔਰਤ ਮੈਨੂੰ ਕਹਿਣ ਲੱਗੀ, ਖੁਸ਼ੀ ਇੱਕ ਬਹੁਤ ਹੀ ਚੰਗੀ ਲੜਕੀ ਸੀ। ਉਸ ਦਾ ਵਿਵਹਾਰ ਬਹੁਤ ਹੀ ਚੰਗਾ ਸੀ। ਮੈਂ ਉਹਦੀ ਸਕੀ ਮਾਂ ਨੂੰ ਵੀ ਜਾਣਦੀ ਸੀ। ਆਖਿਰਕਾਰ ਸਾਡਾ ਤੇ ਉਸ ਦਾ ਕਈ ਸਾਲਾਂ ਦਾ ਸਾਥ ਸੀ। ਉਸ ਦੀ ਮਾਂ ਵੀ ਵਿਵਹਾਰ ਦੀ ਬਹੁਤ ਚੰਗੀ ਔਰਤ ਸੀ। ਉਹ ਬਿਲਕੁਲ ਆਪਣੀ ਮਾਂ ਤੇ ਗਈ ਸੀ। ਉਸ ਦਾ ਪਾਪਾ ਤਾਂ ਥੋੜੇ ਚਿੜਚਿੜੇ ਸੁਭਾਅ ਦਾ ਸੀ, ਪਰ ਪਿਛਲੇ 1 ਸਾਲ ਤੋਂ ਉਹ ਬਿਮਾਰ ਚੱਲ ਰਹੇ ਸਨ। ਜਦੋਂ ਖੁਸ਼ੀ ਛੋਟੀ ਸੀ ਤਾਂ ਉਸ ਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ। ਉਸ ਤੋਂ ਕੁਝ ਸਮਾਂ ਬਾਅਦ ਹੀ ਲੋਕ ਉਸ ਤੇ ਪਿਓ ਨੂੰ ਐਡਵਾਈਸ ਦੇਣ ਲੱਗੇ ਕਿ ਤੁਹਾਡੀ ਬੇਟੀ ਬਹੁਤ ਛੋਟੀ ਹੈ, ਕਿ ਉਸ ਦੀ ਦੇਖਭਾਲ ਕਰਨ ਦੇ ਲਈ ਤੁਹਾਨੂੰ ਦੂਜਾ ਵਿਆਹ ਕਰ ਲੈਣਾ ਚਾਹੀਦਾ ਹੈ। ਲੋਕਾਂ ਦੇ ਕਹਿਣ ਤੇ ਅਤੇ ਆਪਣੀ ਬੇਟੀ ਨੂੰ ਦੇਖਦੇ ਹੋਏ ਉਹਨਾਂ ਨੇ ਦੂਜਾ ਵਿਆਹ ਕਰ ਲਿਆ ਸੀ। ਉਹਨਾਂ ਨੇ ਇੱਕ ਅਜਿਹੀ ਔਰਤ ਦੇ ਨਾਲ ਵਿਆਹ ਕੀਤਾ ਸੀ ਜੋ ਬਹੁਤ ਗਰੀਬ ਪਰਿਵਾਰ ਤੋਂ ਸੀ, ਪਰ ਉਹ ਵਿਵਹਾਰ ਦੀ ਚੰਗੀ ਨਹੀਂ ਸੀ। ਨੌਕਰਾਂ ਦੇ ਨਾਲ ਵੀ ਚੰਗਾ ਵਿਵਹਾਰ ਨਹੀਂ ਕਰਦੀ ਸੀ। ਆਂਢ ਗੁਆਂਢ ਵਾਲਿਆਂ ਨਾਲ ਵੀ ਮਿਲ ਕੇ ਨਹੀਂ ਚੱਲਦੀ ਸੀ। ਵੈਸੇ ਤਾਂ ਇਹ ਲੋਕ ਕਾਫੀ ਅਮੀਰ ਹਨ, ਪਰ ਖੁਸ਼ੀ ਦੇ ਪਿਤਾ ਨੇ ਇੱਕ ਬਹੁਤ ਹੀ ਗਰੀਬ ਲੜਕੀ ਦੇ ਨਾਲ ਵਿਆਹ ਕੀਤਾ ਸੀ, ਇਹ ਸੋਚ ਕੇ ਕਿ ਉਹਨਾਂ ਦੀ ਬੇਟੀ ਨੂੰ ਮਾਂ ਦਾ ਪਿਆਰ ਮਿਲ ਜਾਵੇਗਾ ਅਤੇ ਇਸ ਗਰੀਬ ਲੜਕੀ ਨੂੰ ਸਹਾਰਾ ਮਿਲ ਜਾਵੇਗਾ। ਪਰ ਉਹ ਗਰੀਬ ਲੜਕੀ ਜਿਸ ਦਿਨ ਇਸ ਘਰ ਦੇ ਵਿੱਚ ਆਈ ਹੈ, ਉਸਨੇ ਫਾਲਤੂ ਦੇ ਖਰਚੇ ਕਰਨੇ ਸ਼ੁਰੂ ਕਰ ਦਿੱਤੇ। ਪਰ ਹਾਂ, ਖੁਸ਼ੀ ਦੇ ਨਾਲ ਉਸਦਾ ਵਿਵਹਾਰ ਬਹੁਤ ਚੰਗਾ ਰਹਿੰਦਾ ਸੀ। ਮੇਰੀ 1-2 ਵਾਰ ਖੁਸ਼ੀ ਨਾਲ ਗੱਲ ਹੋਈ ਹੈ। ਮੈਂ ਕਈ ਵਾਰ ਉਸ ਨੂੰ ਪੁੱਛਿਆ ਸੀ ਕਿ ਬੇਟਾ, ਕਿ ਤੁਹਾਡੀ ਸਤੇਲੀ ਮਾਂ ਦਾ ਵਿਵਹਾਰ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਹਿੰਦਾ ਹੈ? ਤਾਂ ਉਹ ਹਮੇਸ਼ਾ ਇਹੀ ਕਹਿੰਦੀ ਸੀ ਕਿ ਮੇਰੀ ਸਤੇਲੀ ਮਾਂ ਮੇਰੇ ਨਾਲ ਬਹੁਤ ਚੰਗੀ ਹੈ। ਮੈਂ ਉਸ ਨੂੰ ਕਿਹਾ ਕਿ ਚੰਗੀ ਗੱਲ ਹੈ, ਪਰ ਜਦੋਂ ਤੋਂ ਖੁਸ਼ੀ ਦੇ ਪਿਤਾ ਬਿਮਾਰ ਰਹਿਣ ਲੱਗੇ ਸਨ ਤਾਂ ਉਸ ਸਮੇਂ ਤੋਂ ਖੁਸ਼ੀ ਬਹੁਤ ਉਦਾਸ ਰਹਿਣ ਲੱਗੀ ਸੀ। ਖੁਸ਼ੀ ਆਪਣੀ ਪੜ੍ਹਾਈ ਕਰਨ ਦੇ ਨਾਲ ਆਪਣੇ ਪਿਤਾ ਦੀ ਸੇਵਾ ਵੀ ਕਰਦੀ ਸੀ। ਅਤੇ ਫਿਰ ਇੱਕ ਦਿਨ ਅਜਿਹਾ ਹੋਇਆ ਕਿ ਉਸਦੇ ਪਿਤਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਅਜੇ ਉਸਦੇ ਪਿਤਾ ਦੀ ਮੌਤ ਨੂੰ 3 ਮਹੀਨੇ ਹੀ ਹੋਏ ਸਨ ਕਿ ਖੁਸ਼ੀ ਦੀ ਸਤੇਲੀ ਮਾਂ ਨੇ ਕਿਸੇ ਵਿਆਹ ਦੇ ਵਿੱਚ ਜਾਣਾ ਸੀ। ਉਹਨਾਂ ਨੇ ਖੁਸ਼ੀ ਨੂੰ ਕਿਹਾ ਸੀ ਕਿ ਉਹ ਵੀ ਸਾਡੇ ਨਾਲ ਚੱਲੇ, ਪਰ ਖੁਸ਼ੀ ਦੇ ਪੇਪਰ ਚੱਲ ਰਹੇ ਸਨ ਅਤੇ ਉਹ ਆਪਣੇ ਪਿਓ ਦੀ ਮੌਤ ਦਾ ਸਦਮਾ ਅਜੇ ਤੱਕ ਆਪਣੇ ਦਿਲ ਨੂੰ ਲਗਾ ਕੇ ਬੈਠੀ ਸੀ। ਇਸ ਕਰਕੇ ਉਹਦਾ ਕਿਤੇ ਵੀ ਜਾਣ ਨੂੰ ਮਨ ਨਹੀਂ ਕਰਦਾ ਸੀ। ਖੁਸ਼ੀ ਦੀ ਸਤੇਲੀ ਮਾਂ ਦਾਮਨੀ ਡਰਾਈਵਰ ਦੇ ਨਾਲ ਵਿਆਹ ਦੇ ਵਿੱਚ ਜਾ ਚੁੱਕੀ ਸੀ। ਅਸੀਂ ਸਾਰੇ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਕੰਮਾਂ ਦੇ ਵਿੱਚ ਬਿਜੀ ਸੀ। ਰਾਤ ਦੇ ਲਗਭਗ 2 ਵੱਜ ਰਹੇ ਸਨ ਜਦੋਂ ਅਚਾਨਕ ਰਾਤ ਨੂੰ 2 ਵਾਰ ਗੋਲੀ ਦੀ ਆਵਾਜ਼ ਆਈ। ਅਸੀਂ ਸਾਰੇ ਘਬਰਾ ਗਏ। ਥੋੜਾ ਹੀ ਸਮਾਂ ਹੋਇਆ ਸੀ ਕਿ ਰੌਲਾ ਰੱਪਾ ਪੈ ਗਿਆ। ਸਾਨੂੰ ਪਤਾ ਲੱਗਿਆ ਕਿ ਬਰਾਬਰ ਵਾਲੇ ਬੰਗਲੇ ਦੇ ਵਿੱਚੋਂ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਿਵੇਂ ਅਸੀਂ ਸਾਰੇ ਬੰਗਲੇ ਦੇ ਵਿੱਚ ਭੱਜ ਕੇ ਗਏ ਤਾਂ ਦੇਖਿਆ ਕਿ ਬੰਗਲੇ ਦੇ ਅੰਦਰ ਖੂਨ ਦੇ ਨਾਲ ਲੱਥ-ਪੱਥ ਖੁਸ਼ੀ ਦੀ ਲਾਸ਼ ਪਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਉਹ ਮਰ ਚੁੱਕੀ ਹੈ। ਫਿਰ ਅਸੀਂ ਦਾਮਨੀ ਜੀ ਨੂੰ ਕਾਲ ਕਰਕੇ ਖੁਸ਼ੀ ਦੇ ਬਾਰੇ ਦੱਸ ਦਿੱਤਾ। ਸਾਰੇ ਲੋਕ ਉੱਥੇ ਆ ਗਏ ਸੀ, ਪੁਲਿਸ ਵੀ ਆ ਗਈ ਸੀ।
ਦਾਮਨੀ ਜੀ ਆਪਣੀ ਬੇਟੀ ਦੀ ਮੌਤ ਤੇ ਬਹੁਤ ਜ਼ਿਆਦਾ ਰੋਈ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਵੀ ਹੋ ਸਕਦਾ ਹੈ। ਪੁਲਿਸ ਆਪਣੀ ਜਾਂਚ ਕਰਨ ਤੋਂ ਬਾਅਦ ਚਲੀ ਗਈ ਸੀ। ਖੁਸ਼ੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਪਰ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਖੁਸ਼ੀ ਨੂੰ ਕਿਉਂ ਤੇ ਕਿਸ ਨੇ ਮਾਰਿਆ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਖੁਸ਼ੀ ਦੀ ਕਿਸੇ ਨਾਲ ਦੁਸ਼ਮਣੀ ਸੀ, ਤਾਂ ਉਹ ਕਹਿਣ ਲੱਗੀ ਕਿ ਨਹੀਂ ਨਹੀਂ, ਅਜਿਹਾ ਕਿਵੇਂ ਹੋ ਸਕਦਾ ਹੈ। ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੋ ਸਕਦੀ। ਉਹ ਤਾਂ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਸਦੇ ਮੂੰਹੋਂ ਫੁੱਲ ਝੜਦੇ ਸਨ। ਉਹ ਵਿਚਾਰੀ ਬਹੁਤ ਚੰਗੀ ਸੀ, ਪਤਾ ਨਹੀਂ ਕਿਉਂ ਉਸਦੇ ਨਾਲ ਅਜਿਹਾ ਹੋਇਆ। ਮੈਂ ਉਸ ਔਰਤ ਨੂੰ ਧੰਨਵਾਦ ਕਹਿ ਕੇ ਉਸਦੇ ਘਰ ਦੇ ਵਿੱਚੋਂ ਨਿਕਲ ਆਈ ਸੀ, ਕਿਉਂਕਿ ਇਹ ਔਰਤ ਮੈਨੂੰ ਮੇਰੀ ਉਮੀਦ ਤੋਂ ਵੀ ਜ਼ਿਆਦਾ ਇਨਫੋਰਮੇਸ਼ਨ ਦੇ ਚੁੱਕੀ ਸੀ। ਮੈਂ ਘਰ ਦੇ ਵਿੱਚ ਜਾ ਕੇ ਸੋਚ ਵਿਚਾਰ ਦੇ ਵਿੱਚ ਪੈ ਗਈ ਸੀ ਕਿ ਜੀਜੂ ਨੇ ਦੂਜਾ ਵਿਆਹ ਵੀ ਕਰ ਲਿਆ ਸੀ, ਅਤੇ ਜੋ ਔਰਤ ਖੁਦ ਨੂੰ ਖੁਸ਼ੀ ਦੀ ਮਾਂ ਦੱਸ ਰਹੀ ਸੀ, ਉਸ ਦੇ ਲਈ ਰੋ ਰਹੀ ਸੀ, ਉਹ ਉਸਦੀ ਸੌਤੇਲੀ ਮਾਂ ਸੀ। ਮੈਨੂੰ ਤਾਂ ਉਸ ਔਰਤ ਤੇ ਹੀ ਸ਼ੱਕ ਹੋ ਰਿਹਾ ਸੀ, ਕਿਤੇ ਇਸ ਨੇ ਹੀ ਤਾਂ ਸਾਡੀ ਖੁਸ਼ੀ ਨੂੰ ਨਹੀਂ ਮਾਰਵਾ ਦਿੱਤਾ। ਪਰ ਇੱਕ ਹਿਸਾਬ ਦੇ ਨਾਲ ਉਸ ਗੁਆਂਢਣ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਖੁਸ਼ੀ ਦੇ ਨਾਲ ਉਸਦੀ ਸੌਤੇਲੀ ਮਾਂ ਦਾ ਵਿਵਹਾਰ ਬਿਲਕੁਲ ਠੀਕ ਰਹਿੰਦਾ ਹੈ। ਅਜਿਹਾ ਵੀ ਤਾਂ ਹੋ ਸਕਦਾ ਹੈ ਕਿ ਖੁਸ਼ੀ ਨੇ ਪੜੋਸਣ ਨੂੰ ਝੂਠ ਦੱਸਿਆ ਹੋਵੇ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੇਰਾ ਦਿਮਾਗ ਦਰਦ ਦੇ ਨਾਲ ਫਟਣ ਲੱਗਿਆ ਸੀ। ਮੈਂ ਕੁਝ ਵੀ ਕਰਕੇ ਹੁਣ ਬੰਗਲੇ ਦੇ ਅੰਦਰ ਦਾਖਲ ਹੋਣਾ ਸੀ ਕਿ ਅੰਦਰ ਦੀ ਗੱਲ ਤਾਂ ਮੈਂ ਘਰ ਦੇ ਵਿੱਚ ਰਹਿ ਕੇ ਹੀ ਪਤਾ ਲਗਾ ਸਕਦੀ ਸੀ ਕਿ ਆਖਰਕਾਰ ਉਸਦੀ ਸੌਤੇਲੀ ਮਾਂ ਦਾ ਵਿਵਹਾਰ ਕਿਵੇਂ ਸੀ, ਉਹ ਕਿਵੇਂ ਹੈ, ਖੁਸ਼ੀ ਦੇ ਨਾਲ ਉਸਦਾ ਵਿਵਹਾਰ ਕਿਵੇਂ ਦਾ ਸੀ। ਅਤੇ ਇਹ ਸਭ ਕੁਝ ਜਾਣਨ ਤੋਂ ਬਾਅਦ ਮੈਂ ਖੁਸ਼ੀ ਦੇ ਆਰੋਪੀਆਂ ਤੱਕ ਵੀ ਪਹੁੰਚ ਸਕਾਂਗੀ। ਮੈਨੂੰ ਤਾਂ ਲੱਗਦਾ ਹੈ ਕਿ ਜਿਵੇਂ ਖੁਸ਼ੀ ਦੀ ਸੌਤੇਲੀ ਮਾਂ ਹੀ ਉਸਦੀ ਕਾਤਲ ਹੈ, ਪਰ ਉਸ ਰਾਤ ਤਾਂ ਉਹ ਵਿਆਹ ਦੇ ਵਿੱਚ ਗਈ ਹੋਈ ਸੀ। ਜਦੋਂ ਲੋਕਾਂ ਨੇ ਉਸ ਨੂੰ ਬੁਲਾਇਆ ਸੀ ਤਾਂ ਉਸਦੇ ਵੀ 2 ਘੰਟੇ ਬਾਅਦ ਉਹ ਘਰ ਦੇ ਵਿੱਚ ਆਈ ਸੀ। ਹੁਣ ਮੈਂ ਪਲਾਨ ਬਣਾਉਣਾ ਸੀ ਅਤੇ ਕੁਝ ਵੀ ਕਰਕੇ ਉਸ ਘਰ ਦੇ ਅੰਦਰ ਜਾਣਾ ਸੀ। ਮੈਂ ਆਪਣੇ ਭਰਾ ਨੂੰ ਸਭ ਕੁਝ ਦੱਸ ਦਿੱਤਾ ਸੀ ਅਤੇ ਆਪਣੇ ਭਰਾ ਨੂੰ ਕਿਹਾ ਸੀ ਕਿ ਮੈਂ ਆਪਣੀ ਖੁਸ਼ੀ ਦੇ ਕਾਤਲਾਂ ਨੂੰ ਲੱਭ ਕੇ ਰਹਾਂਗੀ। ਜੇਕਰ ਤੁਸੀਂ ਮੇਰਾ ਸਾਥ ਦੇਣਾ ਚਾਹੁੰਦੇ ਹੋ ਤਾਂ ਮੇਰੇ ਬੱਚਿਆਂ ਨੂੰ ਸੰਭਾਲ ਲਿਓ ਅਤੇ ਇਹ ਗੱਲ ਕਿਸੇ ਨੂੰ ਨਾ ਦੱਸਿਓ ਕਿ ਮੈਂ ਕੁਝ ਦਿਨਾਂ ਲਈ ਦੀਦੀ ਦੇ ਘਰ ਜਾ ਰਹੀ ਹਾਂ। ਮੇਰਾ ਭਰਾ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ। ਉਹ ਕਹਿਣ ਲੱਗਿਆ ਕਿ ਤੁਸੀਂ ਦੀਦੀ ਦੇ ਘਰ ਜਾ ਕੇ ਕੀ ਕਰੋਗੇ, ਉੱਥੇ ਕਿਵੇਂ ਰਹੋਗੇ, ਜੇਕਰ ਉਹਨਾਂ ਲੋਕਾਂ ਨੇ ਤੁਹਾਡੇ ਤੇ ਵੀ ਹਮਲਾ ਕਰ ਦਿੱਤਾ ਤਾਂ ਕੀ ਹੋਵੇਗਾ। ਮੈਂ ਕਿਹਾ ਕਿ ਮੈਂ ਤੁਹਾਡੇ ਤੋਂ ਜ਼ਿਆਦਾ ਦਿਮਾਗ ਰੱਖਦੀ ਹਾਂ, ਮੈਂ ਤੁਹਾਡੀ ਤਰ੍ਹਾਂ ਬੇਵਕੂਫਾਂ ਦੀ ਤਰ੍ਹਾਂ ਹਰਕਤਾਂ ਨਹੀਂ ਕਰਦੀ। ਮੈਂ ਅਜੇ ਵੀ ਆਪਣੇ ਭਰਾ ਤੋਂ ਨਾਰਾਜ਼ ਸੀ। ਉਸਨੇ ਆਪਣੇ ਕੀਤੇ ਦੀ ਮੇਰੇ ਤੋਂ ਮਾਫੀ ਮੰਗੀ ਸੀ। ਉਸਨੇ ਕਿਹਾ ਸੀ ਕਿ ਉਸ ਤੋਂ ਜੋ ਵੀ ਗਲਤੀ ਹੋ ਗਈ ਉਹ ਅਣਜਾਣਪੁਣੇ ਚ ਹੋ ਗਈ ਸੀ, ਪਰ ਹੁਣ ਉਹ ਮੇਰੇ ਬੱਚਿਆਂ ਦਾ ਖਿਆਲ ਰੱਖੇਗਾ ਅਤੇ ਮੇਰੀ ਮਦਦ ਵੀ ਕਰੇਗਾ। ਮੇਰੇ ਭਰਾ ਦਾ ਨਵਾਂ ਵਿਆਹ ਹੋਇਆ ਸੀ। ਉਹ ਆਪਣੀ ਪਤਨੀ ਦੇ ਨਾਲ ਸਮਾਂ ਗੁਜ਼ਾਰਨਾ ਚਾਹੁੰਦਾ ਸੀ, ਪਰ ਇਸ ਸਮੇਂ ਉਸ ਦਾ ਮੇਰੀ ਮਦਦ ਕਰਨਾ ਬਹੁਤ ਜ਼ਰੂਰੀ ਸੀ। ਮੈਂ ਆਪਣੇ ਭਰਾ ਨੂੰ ਕਹਿ ਦਿੱਤਾ ਸੀ ਕਿ ਮੈਂ ਤੁਹਾਡੇ ਨਾਲ ਕੰਟੈਕਟ ਦੇ ਵਿੱਚ ਰਹਾਂਗੀ। ਹੁਣ ਮੈਂ ਦੀਦੀ ਦੇ ਘਰ ਦੇ ਅੰਦਰ ਕਿਵੇਂ ਜਾਣਾ ਸੀ, ਇਹ ਮੈਂ ਸਭ ਕੁਝ ਪਹਿਲਾਂ ਹੀ ਸੋਚ ਕੇ ਆਈ ਸੀ। ਮੈਂ ਬੰਗਲੇ ਦੀ ਇੱਕ ਅਜਿਹੀ ਨੌਕਰਾਣੀ ਦੇ ਬਾਰੇ ਪਤਾ ਲਗਾਇਆ ਸੀ ਜੋ ਇੱਥੋਂ ਦੀ ਪੁਰਾਣੀ ਦਾਮਨੀ ਦੀ ਵਫਾਦਾਰ ਨੌਕਰ ਸੀ। ਕਾਫੀ ਦਿਨਾਂ ਤੱਕ ਮੈਂ ਉਸ ਦਾ ਪਿੱਛਾ ਕਰਦੀ ਰਹੀ। ਉਹ ਕਿਸ ਸਮੇਂ ਬੰਗਲੇ ਦੇ ਅੰਦਰ ਆਉਂਦੀ ਹੈ ਅਤੇ ਕਿਸ ਸਮੇਂ ਬੰਗਲੇ ਦੇ ਬਾਹਰ ਜਾਂਦੀ ਹੈ, ਅਤੇ ਹੁਣ ਪਿੱਛਾ ਕਰਦੇ ਕਰਦੇ ਆਖਰਕਾਰ ਉਹ ਸਮਾਂ ਆ ਗਿਆ ਸੀ ਜਦੋਂ ਮੈਂ ਇਸ ਨੌਕਰਾਣੀ ਦੇ ਨਾਲ ਗੱਲ ਕਰਨੀ ਸੀ। ਮੈਂ ਇੱਕ ਦਿਨ ਰਸਤੇ ਦੇ ਵਿੱਚ ਇਸ ਨੌਕਰਾਣੀ ਨੂੰ ਫੜ ਲਿਆ। ਮੈਂ ਉਸ ਨੂੰ ਕਿਹਾ ਕਿ ਭੈਣ, ਮੈਂ ਤੁਹਾਡੇ ਬਾਰੇ ਸੁਣਿਆ ਕਿ ਤੁਸੀਂ ਕਿਸੇ ਬੰਗਲੇ ਦੇ ਵਿੱਚ ਕੰਮ ਕਰਦੇ ਹੋ। ਤੁਹਾਡੀ ਤਾਂ ਇਸ ਬੰਗਲੇ ਦੇ ਵਿੱਚ ਕਾਫੀ ਚੰਗੀ ਜਾਣ ਪਛਾਣ ਹੋਵੇਗੀ, ਮੇਰੀ ਵੀ ਉੱਥੇ ਹੀ ਨੌਕਰੀ ਲਗਵਾ ਦਿਓ। ਉਹ ਕਹਿਣ ਲੱਗੀ ਕਿ ਤੂੰ ਕੌਣ ਹੈ ਅਤੇ ਕਿੱਥੋਂ ਆਈ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਪਿੰਡ ਤੋਂ ਆਈ ਹਾਂ, ਇੱਥੇ ਆਪਣੇ ਸ਼ਹਿਰ ਦੇ ਵਿੱਚ ਇੱਕ ਰਿਸ਼ਤੇਦਾਰ ਦੇ ਕੋਲ ਆਈ ਸੀ। ਸਾਡੇ ਪਿੰਡ ਦੇ ਵਿੱਚ ਬਹੁਤ ਗਰੀਬੀ ਹੈ, ਇਸ ਕਰਕੇ ਮੈਂ ਨੌਕਰੀ ਲੱਭਦੇ ਹੋਏ ਇੱਥੋਂ ਤੱਕ ਆ ਗਈ ਹਾਂ, ਪਰ ਮੈਨੂੰ ਤਾਂ ਇੱਥੇ ਵੀ ਨੌਕਰੀ ਨਹੀਂ ਮਿਲ ਰਹੀ। ਕਾਫੀ ਦਿਨ ਹੋ ਗਏ ਹਨ, ਬਹੁਤ ਗਰੀਬੀ ਦੀ ਜ਼ਿੰਦਗੀ ਗੁਜ਼ਾਰ ਰਹੀ ਹਾਂ। ਮੇਰੇ ਬਹੁਤ ਛੋਟੇ ਬੱਚੇ ਹਨ। ਮੈਂ ਕਿਤੇ ਨਾ ਕਿਤੇ ਖਾਣਾ ਮੰਗ ਕੇ ਲੈ ਕੇ ਆਉਂਦੀ ਹਾਂ ਅਤੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਭਰ ਲੈਂਦੀ ਹਾਂ, ਪਰ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਤੰਗ ਆ ਗਈ ਹਾਂ। ਮੈਂ ਚਾਹੁੰਦੀ ਹਾਂ ਕਿ ਮੈਨੂੰ ਕਿਤੇ ਨੌਕਰੀ ਮਿਲ ਜਾਵੇ। ਭੈਣ, ਤੁਸੀਂ ਮੈਨੂੰ ਇਸ ਬੰਗਲੇ ਦੇ ਵਿੱਚ ਨੌਕਰੀ ਦਿਵਾ ਦਿਓ ਨਾ, ਜਿੱਥੇ ਤੁਸੀਂ ਕੰਮ ਕਰਦੇ ਹੋ। ਤੁਹਾਡਾ ਬਹੁਤ ਧੰਨਵਾਦ ਹੋਵੇਗਾ। ਮੈਂ ਤਾਂ ਉਸਦੇ ਪੈਰਾਂ 'ਚ ਡਿੱਗ ਪਈ ਸੀ ਅਤੇ ਰੋਣ ਲੱਗੀ ਸੀ। ਤਾਂ ਉਹ ਕਹਿਣ ਲੱਗੀ, ਠੀਕ ਹੈ, ਤੁਸੀਂ ਸਾਰੇ ਕੰਮ ਚੰਗੀ ਤਰ੍ਹਾਂ ਜਾਣਦੇ ਹੋ ਨਾ। ਮੈਂ ਕਿਹਾ ਕਿ ਹਾਂ, ਮੈਂ ਹਰ ਇੱਕ ਕੰਮ ਕਰ ਲੈਂਦੀ ਹਾਂ, ਝਾੜੂ ਪੋਚੇ ਦਾ ਕੰਮ ਵੀ ਕਰ ਲੈਂਦੀ ਹਾਂ। ਤੁਸੀਂ ਜੋ ਵੀ ਕਹੋਗੇ ਮੈਂ ਉਹ ਕਰ ਲਵਾਂਗੀ, ਬਸ ਮੈਨੂੰ ਪੈਸੇ ਚੰਗੇ ਦਵਾ ਦਿਓ। ਤਾਂ ਉਹ ਕਹਿਣ ਲੱਗੀ, ਚੰਗਾ, ਮੈਂ ਮਾਲਕਿਨ ਦੇ ਨਾਲ ਗੱਲ ਕਰਕੇ ਤੁਹਾਨੂੰ ਦੱਸਦੀ ਹਾਂ। ਮੈਂ ਕਿਹਾ, ਦੇਖੋ, ਮੈਨੂੰ ਕੱਲ ਤੱਕ ਜ਼ਰੂਰ ਦੱਸ ਦਿਓ। ਤਾਂ ਉਹ ਕਹਿਣ ਲੱਗੀ ਕਿ ਚੰਗਾ, ਠੀਕ ਹੈ। ਉਸਨੇ ਮੈਨੂੰ ਆਪਣੇ ਘਰ ਦਾ
ਦਾ ਪਤਾ ਦੱਸ ਦਿੱਤਾ ਸੀ ਅਤੇ ਕਿਹਾ ਸੀ ਕਿ ਕੱਲ ਤੁਸੀਂ ਮੈਨੂੰ ਮੇਰੇ ਘਰ ਆ ਕੇ ਮਿਲਿਓ। ਤੁਹਾਡੀ ਨੌਕਰੀ ਲੱਗੀ ਜਾਂ ਨਹੀਂ ਲੱਗੀ ਮੈਂ ਤੁਹਾਨੂੰ ਸਭ ਕੁਝ ਦੱਸ ਦਿਆਂਗੀ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੀ ਸੀ ਕਿ ਕਾਸ਼ ਮੇਰੀ ਨੌਕਰੀ ਉੱਥੇ ਲੱਗ ਜਾਵੇ। ਜਿਵੇਂ ਹੀ ਅਗਲਾ ਦਿਨ ਆਇਆ ਮੈਂ ਉਸ ਨੌਕਰਾਣੀ ਦੇ ਕੋਲ ਗਈ। ਉਸਨੇ ਮੈਨੂੰ ਖੁਸ਼ੀ ਦੀ ਖਬਰ ਸੁਣਾਈ ਕਿ ਤੇਰੀ ਨੌਕਰੀ ਲੱਗ ਗਈ ਹੈ। ਮਾਲਕਣ ਚਾਹੁੰਦੀ ਹੈ ਕਿ ਤੂੰ ਉਹਨਾਂ ਦੇ ਘਰ ਦੇ ਵਿੱਚ ਕੰਮ ਕਰ ਲਵੇਂ। ਵੈਸੇ ਵੀ ਉਸ ਦੇ ਘਰ ਦੇ ਵਿੱਚ ਜ਼ਿਆਦਾ ਨੌਕਰ ਨਹੀਂ ਹਨ, ਉੱਥੇ ਇੱਕ ਮੈਂ ਹਾਂ ਤੇ ਇੱਕ ਹੋਰ ਔਰਤ ਹੈ। ਬੰਗਲਾ ਬਹੁਤ ਵੱਡਾ ਹੈ, ਇਸ ਕਰਕੇ ਜ਼ਿਆਦਾ ਔਰਤਾਂ ਦੀ ਜ਼ਰੂਰਤ ਹੈ। ਚੱਲ ਤੈਨੂੰ ਉੱਥੇ ਕੰਮ ਮਿਲ ਜਾਵੇਗਾ, ਪਰ ਯਾਦ ਰੱਖਿਓ ਆਪਣੇ ਬੱਚੇ ਨੂੰ ਲੈ ਕੇ ਉੱਥੇ ਨਾ ਆਇਓ। ਮਾਲਕਣ ਨੂੰ ਬੱਚੇ ਬਹੁਤ ਬੁਰੇ ਲੱਗਦੇ ਹਨ। ਮੈਂ ਕਿਹਾ ਕਿ ਚਲੋ ਠੀਕ ਹੈ, ਮੈਂ ਕੱਲ ਤੋਂ ਹੀ ਨੌਕਰੀ ਤੇ ਆ ਜਾਵਾਂਗੀ। ਇਸ ਕੰਮ ਦੇ ਵਿੱਚ ਤਾਂ ਮੈਨੂੰ ਸਫਲਤਾ ਮਿਲ ਗਈ ਸੀ। ਅਗਲੇ ਹੀ ਦਿਨ ਮੈਂ ਆਪਣੀ ਦੀਦੀ ਦੇ ਘਰ ਦੇ ਵਿੱਚ ਕਦਮ ਰੱਖ ਚੁੱਕੀ ਸੀ। ਇਸ ਘਰ ਦੇ ਵਿੱਚੋਂ ਮੈਨੂੰ ਆਪਣੀ ਦੀਦੀ ਅਤੇ ਭਾਣਜੀ ਦੀਆਂ ਆਵਾਜ਼ਾਂ ਆਉਂਦੀਆਂ ਸਨ। ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਉਣ ਲੱਗੇ ਸਨ। ਮਾਲਕਣ ਨੇ ਜਦੋਂ ਮੈਨੂੰ ਦੇਖਿਆ ਤਾਂ ਉਹ ਮੈਨੂੰ ਦੇਖਦੇ ਹੀ ਰਹਿ ਗਈ ਸੀ। ਕਹਿਣ ਲੱਗੀ ਕਿ ਤੈਨੂੰ ਸਾਰੇ ਕੰਮ ਆਉਂਦੇ ਹੈ ਨਾ? ਤੁਹਾਨੂੰ ਕਮਲਾ ਨੇ ਸਭ ਕੁਝ ਦੱਸ ਦਿੱਤਾ ਹੈ ਨਾ? ਮੈਂ ਕਿਹਾ ਜੀ ਮਾਲਕਣ, ਮੈਨੂੰ ਸਭ ਕੁਝ ਦੱਸ ਦਿੱਤਾ ਹੈ। ਤੁਸੀਂ ਦੇਖਿਓ ਮੈਂ ਇੱਥੇ ਮਨ ਲਗਾ ਕੇ ਕੰਮ ਕਰਾਂਗੀ, ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗੀ। ਉਸ ਨੇ ਆਪਣੀ ਨੌਕਰਾਣੀ ਕਮਲਾ ਦੇ ਵੱਲ ਦੇਖਦੇ ਹੋਏ ਕਿਹਾ ਕਿ ਇਸ ਨੂੰ ਘਰ ਦੇ ਸਾਰੇ ਕੰਮ ਚੰਗੀ ਤਰ੍ਹਾਂ ਸਮਝਾ ਦਿਓ। ਅਤੇ ਫਿਰ ਉਹ ਖੁਦ ਘਰ ਦੇ ਵਿੱਚੋਂ ਬਾਹਰ ਨਿਕਲ ਗਈ ਸੀ। ਸ਼ਾਇਦ ਉਹ ਕਿਤੇ ਜਾ ਰਹੀ ਸੀ। ਕਈ ਸਾਲਾਂ ਬਾਅਦ ਇਸ ਘਰ ਦੇ ਵਿੱਚ ਆ ਕੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੀ ਦੀਦੀ ਇੱਥੇ ਕਿਤੇ ਹੀ ਆਸੇ-ਪਾਸੇ ਹੈ। ਹੁਣ ਇਸ ਘਰ ਦੇ ਵਿੱਚ ਮੈਂ ਰੋਜ਼ ਕੰਮ ਕਰਨ ਦੇ ਲਈ ਆਉਣ ਲੱਗੀ ਸੀ। ਮੈਂ ਕੁਝ ਵੀ ਕਰਕੇ ਦਾਮਨੀ ਤੇ ਨਿਗਾਹ ਰੱਖਣੀ ਸੀ, ਇਸ ਕਰਕੇ ਮੈਂ ਬਹੁਤ ਹੁਸ਼ਿਆਰ ਸੀ। ਇੱਥੇ ਮੈਂ ਨੌਕਰਾਣੀਆਂ ਦੀ ਤਰ੍ਹਾਂ ਕੰਮ ਕਰਦੀ ਸੀ ਅਤੇ ਦਾਮਨੀ ਤੇ ਵੀ ਨਿਗਾਹ ਰੱਖ ਰਹੀ ਸੀ। ਮੈਂ ਦੇਖਿਆ ਸੀ ਕਿ ਦਾਮਨੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਮੈਂ ਕਮਰੇ ਦੇ ਬਾਹਰ ਸੀ ਅਤੇ ਮੈਂ ਉਸ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ। ਉਹ ਕਿਸੇ ਨਾਲ ਗੱਲ ਕਰਕੇ ਕਹਿ ਰਹੀ ਸੀ ਕਿ ਅਜੇ ਉਸ ਲੜਕੀ ਨੂੰ ਮਰੇ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਅਤੇ ਤੁਸੀਂ ਮੈਨੂੰ ਬਲੈਕਮੇਲ ਕਰ ਰਹੇ ਹੋ। ਮੈਂ ਤੁਹਾਨੂੰ ਤੁਹਾਡੀ ਰਕਮ ਦੇ ਚੁੱਕੀ ਹਾਂ, ਤਾਂ ਤੁਸੀਂ ਹੁਣ ਮੈਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਦੇਖੋ ਇਹ ਸਭ ਕੁਝ ਮੈਂ ਆਪਣੇ ਬੱਚਿਆਂ ਨੂੰ ਇਸ ਘਰ ਦੇ ਵਿੱਚ ਲਿਆਉਣ ਦੇ ਲਈ ਕੀਤਾ ਹੈ। ਅਜੇ ਉਸ ਲੜਕੀ ਨੂੰ ਮਰੇ ਹੋਏ 1 ਮਹੀਨਾ ਵੀ ਨਹੀਂ ਹੋਇਆ। ਮੈਂ ਇੰਨੀ ਜਲਦੀ ਆਪਣੇ ਬੱਚਿਆਂ ਨੂੰ ਇੱਥੇ ਨਹੀਂ ਲੈ ਕੇ ਆ ਸਕਦੀ। ਮੈਂ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਮੇਰੇ ਤੋਂ ਸ਼ੱਕ ਹੋ ਜਾਵੇ। ਥੋੜਾ ਸਮਾਂ ਹੋਰ ਹੋ ਜਾਵੇ ਤਾਂ ਮੈਂ ਇਸ ਕੰਮ ਨੂੰ ਅੰਜਾਮ ਦੇਵਾਂਗੀ। ਜਦੋਂ ਤੱਕ ਮੈਂ ਇਸ ਪੂਰੇ ਬੰਗਲੇ ਨੂੰ ਆਪਣੇ ਨਾਮ ਨਹੀਂ ਕਰ ਲੈਂਦੀ, ਉਦੋਂ ਤੱਕ ਮੈਂ ਕੁਝ ਨਹੀਂ ਦੇ ਸਕਦੀ ਤੁਹਾਨੂੰ। ਮੈਂ ਤੁਹਾਡਾ ਹਿੱਸਾ ਦੇ ਚੁੱਕੀ ਹਾਂ, ਫਿਰ ਹੁਣ ਤੁਸੀਂ ਵਾਪਸ ਕਿਉਂ ਆ ਗਏ ਹੋ? ਜਦੋਂ ਮੈਂ ਇਹ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਹੁਣ ਇਹ ਗੱਲ ਕਲੀਅਰ ਹੋ ਚੁੱਕੀ ਸੀ ਕਿ ਇਹ ਔਰਤ ਜ਼ਰੂਰ ਕੁਝ ਨਾ ਕੁਝ ਗੜਬੜ ਕਰ ਰਹੀ ਹੈ। ਇਹ ਖੁਸ਼ੀ ਦੇ ਬਾਰੇ ਆਖਿਰਕਾਰ ਕਿਸ ਦੇ ਨਾਲ ਗੱਲ ਕਰ ਰਹੀ ਸੀ ਅਤੇ ਇਹ ਕਿਹੜੇ ਹਿੱਸੇ ਦੀ ਗੱਲ ਕਰ ਰਹੀ ਸੀ? ਇਸ ਤੋਂ ਪਹਿਲਾਂ ਕਿ ਮੈਂ ਗੱਲ ਨੂੰ ਹੋਰ ਧਿਆਨ ਦੇ ਨਾਲ ਸੁਣਦੀ, ਇੰਨੇ ਸਮੇਂ ਦੇ ਵਿੱਚ ਹੀ ਕਮਲਾ ਆ ਗਈ ਅਤੇ ਕਹਿਣ ਲੱਗੀ ਕਿ ਤੂੰ ਇੱਥੇ ਕੀ ਕਰ ਰਹੀ ਹੈ? ਮਾਲਕਿਨ ਦੇ ਕਮਰੇ ਦੇ ਬਾਹਰ ਮੈਂ ਅਚਾਨਕ ਘਬਰਾ ਗਈ ਅਤੇ ਕਹਿਣ ਲੱਗੀ ਕਿ ਮੈਂ ਇੰਤਜ਼ਾਰ ਕਰ ਰਹੀ ਹਾਂ ਕਿ ਕਦੋਂ ਮਾਲਕਣ ਫੋਨ ਤੇ ਗੱਲ ਕਰਕੇ ਫ੍ਰੀ ਹੋ ਜਾਵੇ। ਮੈਂ ਮਾਲਕਣ ਦੇ ਨਾਲ ਕੁਝ ਗੱਲ ਕਰਨੀ ਹੈ। ਉਹ ਕਹਿਣ ਲੱਗੀ ਕਿ ਕੀ ਗੱਲ ਕਰਨੀ ਹੈ, ਸਾਨੂੰ ਵੀ ਤਾਂ ਦੱਸੋ। ਮੈਂ ਉਸਨੂੰ ਕਿਹਾ ਕਿ ਮੈਂ ਆਪਣੇ ਬੱਚਿਆਂ ਦੇ ਲਈ ਕੱਪੜੇ ਖਰੀਦਣੇ ਹਨ, ਇਸ ਕਰਕੇ ਮਾਲਕਣ ਤੋਂ ਕੁਝ ਪੈਸੇ ਐਡਵਾਂਸ ਲੈਣੇ ਹਨ। ਉਸਨੇ ਮੈਨੂੰ ਹੱਥ ਫੜ ਕੇ ਦਰਵਾਜ਼ੇ ਤੋਂ ਹਟਾਇਆ ਅਤੇ ਕਮਰੇ ਦੇ ਦਰਵਾਜ਼ੇ ਨੂੰ ਖੁਦ ਬੰਦ ਕਰ ਦਿੱਤਾ। ਕਹਿਣ ਲੱਗੀ ਚੱਲ ਤੈਨੂੰ ਕੰਮ ਕਰਦੇ ਹੋਏ ਅਜੇ 1 ਮਹੀਨਾ ਵੀ ਨਹੀਂ ਹੋਇਆ ਅਤੇ ਮਾਲਕਣ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਜੇਕਰ ਤੇਰੀਆਂ ਇਸ ਤਰ੍ਹਾਂ ਦੀਆਂ ਹੀ ਹਰਕਤਾਂ ਰਹੀਆਂ ਤਾਂ ਮਾਲਕਣ ਤੈਨੂੰ ਕੰਮ ਤੋਂ ਕੱਢ ਦੇਵੇਗੀ। ਮੈਂ ਕਿਹਾ ਚਲੋ ਠੀਕ ਹੈ, ਮੈਂ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਾਂਗੀ। ਇਹ ਕਹਿੰਦੀ ਹੋਈ ਮੈਂ ਕਿਚਨ ਦੇ ਕੰਮਾਂ ਦੇ ਵਿੱਚ ਲੱਗ ਗਈ ਸੀ। ਦਾਮਨੀ ਸੱਚਮੁੱਚ ਚੰਗੇ ਨੇਚਰ ਦੀ ਨਹੀਂ ਸੀ। ਉਸ ਗਵਾਂਢਣ ਨੇ ਮੈਨੂੰ ਬਿਲਕੁਲ ਠੀਕ ਦੱਸਿਆ ਸੀ। ਮੈਂ ਸੋਚਿਆ ਕਿ ਥੋੜੀ ਗੱਲਬਾਤ ਨੌਕਰਾਣੀਆਂ ਦੇ ਨਾਲ ਵੀ ਕਰ ਲਈ ਜਾਵੇ। ਕਮਲਾ ਅਤੇ ਦੂਜੀ ਨੌਕਰਾਣੀ ਮੇਰੇ ਨਾਲ ਹੀ ਕਿਚਨ ਦੇ ਵਿੱਚ ਮੌਜੂਦ ਸਨ। ਮੈਂ ਗੱਲਾਂ ਹੀ ਗੱਲਾਂ ਦੇ ਵਿੱਚ ਇਹਨਾਂ ਲੋਕਾਂ ਤੋਂ ਪੁੱਛਿਆ ਕਿ ਮਾਲਕਣ ਦੇ ਹੋਰ ਵੀ ਬੱਚੇ ਹਨ? ਤਾਂ ਉਹ ਕਹਿਣ ਲੱਗੀ ਤੂੰ ਚੁੱਪਚਾਪ ਆਪਣਾ ਕੰਮ ਕਰ। ਮੈਂ ਕਿਹਾ ਕਿ ਮੈਂ ਤਾਂ ਬਸ ਇਸ ਤਰ੍ਹਾਂ ਹੀ ਪੁੱਛ ਰਹੀ ਹਾਂ ਅਤੇ ਮੈਂ ਇਹ ਵੀ ਸੁਣਿਆ ਹੈ ਕਿ ਕੁਝ ਦਿਨ ਪਹਿਲਾਂ ਮਾਲਕਣ ਦੀ ਬੇਟੀ ਦਾ ਕਤਲ ਹੋ ਗਿਆ। ਇਹ ਬਹੁਤ ਹੀ ਅਜੀਬ ਗੱਲ ਹੈ। ਮਾਲਕਣ ਇੰਨੀ ਅਮੀਰ ਹੁੰਦੇ ਹੋਏ ਉਸ ਇਨਸਾਨ ਦਾ ਪਤਾ ਨਹੀਂ ਲਗਾ ਸਕਦੀ ਜਿਸ ਨੇ ਉਸ ਦੀ ਬੇਟੀ ਨੂੰ ਮਾਰਿਆ ਸੀ। ਤਾਂ ਦੂਜੀ ਨੌਕਰਾਣੀ ਕਹਿਣ ਲੱਗੀ ਕਿ ਜੇਕਰ ਉਹ ਮਾਲਕਣ ਦੀ ਆਪਣੀ ਬੇਟੀ ਹੁੰਦੀ ਤਾਂ ਹੀ ਤਾਂ ਮਾਲਕਣ ਉਸ ਦੇ ਕਾਤਲ ਦਾ ਪਤਾ ਲਗਾਉਂਦੀ। ਸਤੇਲੀ ਮਾਂ ਆਖਿਰਕਾਰ ਸਤੇਲੀ ਹੀ ਹੁੰਦੀ ਹੈ। ਕਮਲਾ ਨੇ ਦੂਜੀ ਵਾਲੀ ਨੌਕਰਾਣੀ ਨੂੰ ਝਿੜਕ ਦਿੱਤਾ, ਕਹਿਣ ਲੱਗੀ ਤੂੰ ਵੀ ਇਸ ਤਰ੍ਹਾਂ ਹੀ ਹੋ ਗਈ ਹੈ। ਉਸਨੇ ਮੈਨੂੰ ਵੀ ਝਿੜਕਿਆ ਤੇ ਕਹਿਣ ਲੱਗੀ ਅਤੇ ਚੁੱਪਚਾਪ ਆਪਣੇ ਕੰਮ ਤੇ ਧਿਆਨ ਦੇ ਤੂੰ।
ਬਹੁਤ ਸਵਾਲ ਕਰਦੀ ਹੈ, ਬਹੁਤ ਇੱਧਰ ਉੱਧਰ ਦੀਆਂ ਗੱਲਾਂ 'ਚ ਧਿਆਨ ਲਗਾਉਂਦੀ ਹੈ। ਹੁਣੇ ਹੀ ਤੇਰੀ ਸ਼ਿਕਾਇਤ ਮਾਲਕਣ ਨੂੰ ਕਰ ਦਿਆਂਗੇ ਤਾਂ ਤੇਰੀ ਨੌਕਰੀ ਹੱਥੋਂ ਚਲੀ ਜਾਵੇਗੀ। ਮੈਂ ਕਿਹਾ ਕਿ ਚਲੋ ਠੀਕ ਹੈ, ਮੈਨੂੰ ਮਾਫ ਕਰ ਦਿਓ, ਮੈਂ ਹੁਣ ਅਜਿਹੀਆਂ ਗੱਲਾਂ ਨਹੀਂ ਕਰਾਂਗੀ। ਕਮਲਾ ਬਹੁਤ ਹੀ ਚਲਾਕ ਸੀ, ਜ਼ਰੂਰ ਇਹ ਸਭ ਕੁਝ ਜਾਣਦੀ ਹੋਵੇਗੀ। ਇਸ ਕਰਕੇ ਤਾਂ ਉਹ ਮਾਲਕਣ ਦੀ ਛੋਟੀ ਤੋਂ ਛੋਟੀ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਸੀ। ਪਰ ਮੈਂ ਇਸ ਕਮਲਾ ਤੋਂ ਵੀ 2 ਕਦਮ ਜ਼ਿਆਦਾ ਚਲਾਕ ਸੀ। ਕਮਲਾ ਨੂੰ ਮਾਲਕਣ ਨੇ ਬੰਗਲੇ ਦੇ ਪਿੱਛੇ ਹੀ ਇੱਕ ਛੋਟਾ ਜਿਹਾ ਕੁਆਟਰ ਬਣਾ ਕੇ ਦਿੱਤਾ ਸੀ। ਉਹ ਉੱਥੇ ਹੀ ਰਹਿੰਦੀ ਸੀ, ਜਦੋਂ ਕਿ ਦੂਜੀ ਨੌਕਰਾਣੀ ਅਤੇ ਮੈਨੂੰ ਰਾਤ ਨੂੰ ਉੱਥੋਂ ਵਾਪਸ ਜਾਣਾ ਪੈਂਦਾ ਸੀ। ਕਾਫੀ ਦਿਨ ਹੋ ਗਏ ਸਨ, ਮੈਂ ਉਸ ਫੋਨ ਵਾਲੀ ਗੱਲ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਪਤਾ ਲਗਾ ਸਕੀ ਸੀ। ਪਰ ਹਾਂ, ਮੈਨੂੰ ਇਹ ਜ਼ਰੂਰ ਪਤਾ ਲੱਗ ਗਿਆ ਸੀ ਕਿ ਇਹ ਦਾਮਨੀ ਹੈ ਜਿਸ ਨੇ ਖੁਸ਼ੀ ਨੂੰ ਮਰਵਾਇਆ ਹੈ। ਪਰ ਜਿਸ ਦੇ ਨਾਲ ਇਹ ਫੋਨ ਤੇ ਗੱਲ ਕਰ ਰਹੀ ਸੀ, ਉਹ ਇਨਸਾਨ ਕੌਣ ਸੀ ਤੇ ਕੀ ਇਸ ਦੇ ਆਪਣੇ ਵੀ ਬੱਚੇ ਸਨ ਜਿਨ੍ਹਾਂ ਨੂੰ ਇਹ ਇੱਥੇ ਲਿਆਉਣ ਦੀ ਗੱਲ ਕਰ ਰਹੀ ਸੀ। ਫਿਲਹਾਲ ਮੈਨੂੰ ਉੱਥੇ ਰਹਿੰਦੀ ਹੋਈ ਨੂੰ ਕਾਫੀ ਦਿਨ ਹੋ ਗਏ ਸਨ, ਪਰ ਫਿਰ ਵੀ ਦਾਮਨੀ ਨੂੰ ਫੋਨ ਤੇ ਗੱਲ ਕਰਦੇ ਦੇਖਿਆ ਸੀ। ਉਹ ਬਹੁਤ ਪਰੇਸ਼ਾਨ ਸੀ ਅਤੇ ਆਪਣੇ ਕਮਰੇ ਦੇ ਵਿੱਚ ਇੱਧਰ ਉੱਧਰ ਘੁੰਮ ਕੇ ਗੱਲ ਕਰ ਰਹੀ ਸੀ। ਬਹੁਤ ਜ਼ੋਰ ਦੀ ਚੀਖ ਰਹੀ ਸੀ ਕਿ ਤੁਸੀਂ ਮੇਰੇ ਪਿੱਛੇ ਪੈ ਗਏ ਹੋ, ਮੈਂ ਪੁਲਿਸ ਨੂੰ ਤੁਹਾਡੇ ਬਾਰੇ ਸਭ ਕੁਝ ਦੱਸ ਦਿਆਂਗੀ ਕਿ ਤੁਸੀਂ ਹੀ ਖੁਸ਼ੀ ਦਾ ਕਤਲ ਕੀਤਾ ਹੈ। ਜਦੋਂ ਮੈਂ ਇਹ ਗੱਲ ਸੁਣੀ ਤਾਂ ਮੇਰੇ ਹੋਸ਼ ਉੱਡ ਗਏ। ਇਸ ਦਾ ਮਤਲਬ ਇਹ ਸੀ ਕਿ ਇਸ ਔਰਤ ਨੇ ਖੁਸ਼ੀ ਨੂੰ ਕਿਸੇ ਤੋਂ ਮਰਵਾਇਆ ਸੀ। ਫਿਰ ਥੋੜੇ ਹੀ ਸਮੇਂ ਦੇ ਬਾਅਦ ਕਿਸੇ ਨੇ ਉਸ ਨੂੰ ਕਿਹਾ ਕਿ ਚਲੋ ਠੀਕ ਹੈ, ਤੁਸੀਂ ਅੱਜ ਸ਼ਾਮ ਨੂੰ ਆ ਜਾਓ, ਮੈਂ ਤੁਹਾਨੂੰ 10 ਲੱਖ ਰੁਪਏ ਦਿਆਂਗੀ, ਪਰ ਇਹ ਲਾਸਟ ਵਾਰ ਹੋਵੇਗਾ। ਇਸ ਤੋਂ ਬਾਅਦ ਮੈਂ ਤੁਹਾਨੂੰ ਕੋਈ ਹੋਰ ਪੈਸਾ ਨਹੀਂ ਦੇਵਾਂਗੀ। ਉਸ ਨੇ ਕਿਹਾ ਸੀ ਕਿ ਤੁਸੀਂ ਸ਼ਾਮ ਦੇ 5 ਵਜੇ ਤੱਕ ਆ ਜਾਓ। ਮੈਂ ਸਾਰਾ ਖੇਡ ਸਮਝ ਚੁੱਕੀ ਸੀ। ਹੁਣ ਮੈਂ ਕੀ ਕਰਨਾ ਸੀ, ਮੈਂ ਉਸ ਦੀ ਵੀ ਪਲੈਨਿੰਗ ਸ਼ੁਰੂ ਕਰ ਲਈ ਸੀ। ਅਜੇ ਦੁਪਹਿਰ ਦੇ 3 ਵੱਜ ਰਹੇ ਸਨ ਅਤੇ ਇਸ ਇਨਸਾਨ ਦੇ ਆਉਣ ਦੇ ਵਿੱਚ ਪੂਰੇ 2 ਘੰਟੇ ਰਹਿ ਗਏ ਸਨ। ਸਾਰਾ ਦਿਨ ਸਾਨੂੰ ਤਿੰਨਾਂ ਨੌਕਰਾਣੀਆਂ ਨੂੰ ਘਰ ਦੇ ਵਿੱਚੋਂ ਬਾਹਰ ਜਾਣ ਦੀ ਪਰਮਿਸ਼ਨ ਨਹੀਂ ਹੁੰਦੀ ਸੀ। ਹੁਣ ਮੈਂ ਇੱਥੇ ਰਹਿ ਕੇ ਫੋਨ ਤੇ ਗੱਲ ਨਹੀਂ ਕਰ ਸਕਦੀ ਸੀ। ਇਹ ਦੋਨੇ ਹੀ ਨੌਕਰਾਣੀਆਂ ਮਾਲਕਣ ਦੀ ਬਹੁਤ ਪਹਿਰੇਦਾਰੀ ਕਰਦੀਆਂ ਸਨ। ਇਹਨਾਂ ਲੋਕਾਂ ਨੂੰ ਤਾਂ ਅਜੇ ਤੱਕ ਇਹ ਵੀ ਨਹੀਂ ਪਤਾ ਸੀ ਕਿ ਮੇਰੇ ਕੋਲ ਇੱਕ ਛੋਟਾ ਜਿਹਾ ਫੋਨ ਹੈ ਜਿਸ ਨੂੰ ਮੈਂ ਆਪਣੀ ਸਾੜੀ ਦੇ ਵਿੱਚ ਲੁਕੋ ਕੇ ਰੱਖਦੀ ਹਾਂ। ਮੈਂ ਬਾਥਰੂਮ ਦੇ ਵਿੱਚ ਗਈ ਅਤੇ ਮੈਂ ਉੱਥੋਂ ਆਪਣੇ ਭਰਾ ਦੇ ਨੰਬਰ ਤੇ SMS ਸੈਂਡ ਕਰ ਦਿੱਤਾ ਅਤੇ ਉਸ ਦੇ ਵਿੱਚ ਪੂਰੀ ਡਿਟੇਲ ਲਿਖ ਦਿੱਤੀ ਸੀ ਕਿ ਉਹ ਇਨਸਾਨ ਸ਼ਾਮ ਦੇ 5 ਵਜੇ ਇੱਥੇ ਆਉਣ ਵਾਲਾ ਹੈ ਇਸ ਮਾਲਕਣ ਤੋਂ ਪੈਸੇ ਲੈਣ ਦੇ ਲਈ। ਤੁਸੀਂ ਸ਼ਾਮ ਨੂੰ 5 ਵਜੇ ਪੁਲਿਸ ਨੂੰ ਲੈ ਕੇ ਆ ਜਾਇਓ। ਹੁਣ ਜੋ ਵੀ ਕਰਨਾ ਸੀ ਮੇਰੇ ਭਰਾ ਨੇ ਕਰਨਾ ਸੀ। ਹੁਣ ਦੇਖਦੇ ਹੀ ਦੇਖਦੇ ਸ਼ਾਮ ਦੇ 5 ਵੀ ਵੱਜ ਗਏ ਸਨ। ਸ਼ਾਮ ਦੇ ਠੀਕ 5 ਵਜੇ ਇੱਕ ਆਦਮੀ ਘਰ ਦੇ ਅੰਦਰ ਦਾਖਲ ਹੋਇਆ। ਮਾਲਕਣ ਉਸਦੇ ਲਈ ਪਹਿਲਾਂ ਤੋਂ ਹੀ ਕਾਫੀ ਪਰੇਸ਼ਾਨ ਸੀ। ਸ਼ਾਇਦ ਉਹ ਇਸ ਨੂੰ ਬਲੈਕਮੇਲ ਕਰ ਰਿਹਾ ਸੀ। ਮਾਲਕਣ ਨੇ ਨੋਟਾਂ ਨਾਲ ਭਰਿਆ ਹੋਇਆ ਬੈਗ ਤਿਆਰ ਕਰਕੇ ਰੱਖ ਲਿਆ ਸੀ। ਜਿਵੇਂ ਹੀ ਉਹ ਘਰ ਦੇ ਅੰਦਰ ਆਇਆ ਅਤੇ ਉਸਦੀ ਗੱਲਬਾਤ ਮਾਲਕਣ ਦੇ ਨਾਲ ਹੋਈ ਤਾਂ ਪੁਲਿਸ ਵਾਲੇ ਘਰ ਦੇ ਅੰਦਰ ਆ ਗਏ ਸਨ ਅਤੇ ਉਹਨਾਂ ਨੇ ਉਸ ਆਦਮੀ ਨੂੰ ਫੜ ਲਿਆ ਸੀ। ਮਾਲਕਣ ਦੇ ਤਾਂ ਹੋਸ਼ ਉੱਡ ਗਏ ਸਨ ਕਿ ਆਖਰਕਾਰ ਇਹ ਕੀ ਹੋ ਰਿਹਾ ਹੈ। ਮਾਲਕਣ ਨੇ ਕਿਹਾ ਕਿ ਆਖਰਕਾਰ ਤੁਸੀਂ ਮੇਰੇ ਘਰ ਦੇ ਵਿੱਚ ਕਿਉਂ ਆ ਗਏ ਹੋ? ਆਖਰਕਾਰ ਤੁਸੀਂ ਲੋਕ ਇਹ ਕੀ ਕਰ ਰਹੇ ਹੋ? ਕਿਉਂਕਿ ਕੁਝ ਮਹਿਲਾ ਪੁਲਿਸ ਵੀ ਆਈਆਂ ਸਨ ਜਿਨ੍ਹਾਂ ਨੇ ਦਾਮਨੀ ਨੂੰ ਵੀ ਫੜ ਲਿਆ ਸੀ। ਦਾਮਨੀ ਜ਼ੋਰ-ਜ਼ੋਰ ਦੀ ਚੀਖ ਰਹੀ ਸੀ ਕਿ ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਮੈਨੂੰ ਨਹੀਂ ਜਾਣਦੇ ਹੋ। ਉਹ ਆਦਮੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਬਹੁਤ ਮਜ਼ਬੂਤੀ ਨਾਲ ਫੜ ਰੱਖਿਆ ਸੀ। ਨਾਲ ਹੀ ਮੇਰਾ ਭਾਈ ਵੀ ਆ ਗਿਆ ਸੀ। ਅਸੀਂ ਵੀ ਉੱਥੇ ਖੜੇ ਇਹ ਸਭ ਕੁਝ ਦੇਖ ਰਹੇ ਸੀ ਜਦੋਂ ਪੁਲਿਸ ਨੇ ਕਿਹਾ ਕਿ ਤੁਸੀਂ ਖੁਸ਼ੀ ਨੂੰ ਕਿਉਂ ਮਰਵਾਇਆ ਸੀ। ਇਹ ਸਵਾਲ ਸੁਣ ਕੇ ਦਾਮਨੀ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਅਤੇ ਉਹ ਅਜੇ ਵੀ ਝੂਠ ਬੋਲ ਰਹੀ ਸੀ ਕਿ ਇੱਕ ਮਹਿਲਾ ਪੁਲਿਸ ਨੇ ਦਾਮਨੀ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਕਿ ਫਿਰ ਇਸ ਆਦਮੀ ਨੂੰ ਤੂੰ ਇੱਥੇ ਕਿਉਂ ਬੁਲਾਇਆ ਹੈ? ਤੂੰ ਕਿਸ ਚੀਜ਼ ਦੇ ਪੈਸੇ ਇਸ ਨੂੰ ਦੇ ਰਹੀ ਹੈ? ਦਾਮਨੀ ਘਬਰਾਉਣ ਲੱਗੀ। ਉਸ ਦੇ ਕੋਲ ਕੋਈ ਜਵਾਬ ਨਹੀਂ ਸੀ। ਉਸ ਆਦਮੀ ਦੇ ਵੀ ਜਦੋਂ 2-3 ਥੱਪੜ ਮਾਰੇ ਗਏ ਤਾਂ ਉਹ ਵੀ ਕੁਝ ਦੱਸਣ ਦੇ ਲਈ ਤਿਆਰ ਨਹੀਂ ਹੋਇਆ। ਫਿਰ ਪੁਲਿਸ ਕਹਿਣ ਲੱਗੀ ਕਿ ਹੁਣ ਇਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਚਲੋ, ਇਹ ਉੱਥੇ ਹੀ ਸਭ ਕੁਝ ਦੱਸਣਗੇ। ਦਾਮਨੀ ਚੀਖ ਕੇ ਕਹਿ ਰਹੀ ਸੀ ਕਿ ਇਹ ਤੁਸੀਂ ਮੇਰੇ ਤੇ ਕਿਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਹੋ? ਤੁਹਾਨੂੰ ਇੱਥੇ ਕਿਸ ਨੇ ਬੁਲਾਇਆ ਹੈ? ਮੈਂ ਅੱਗੇ ਗਈ ਅਤੇ ਮੈਂ ਕਿਹਾ ਕਿ ਮੈਂ ਇਹਨਾਂ ਨੂੰ ਬੁਲਾਇਆ ਹੈ। ਉਸਨੇ ਮੇਰੇ ਵੱਲ ਹੈਰਾਨ ਹੋ ਕੇ ਦੇਖਿਆ। ਮੈਂ ਕਿਹਾ ਕਿ ਹਾਂ, ਮੈਂ ਜਾਣਦੀ ਹਾਂ, ਤੁਸੀਂ ਹੀ ਮੇਰੀ ਭਾਣਜੀ ਨੂੰ ਮਰਵਾਇਆ ਹੈ। ਹੁਣ ਕਿਉਂ ਮਰਵਾਇਆ ਹੈ ਇਹ ਵੀ ਦੱਸ ਦਿਓ। ਤਾਂ ਉਹ ਕਹਿਣ ਲੱਗੀ ਕਿ ਤੂੰ ਕੌਣ ਹੈ, ਸੱਚ ਦੱਸ। ਤਾਂ ਮੈਂ ਕਿਹਾ ਕਿ ਮੈਂ ਖੁਸ਼ੀ ਦੀ ਮਾਸੀ ਹਾਂ, ਖੁਸ਼ੀ ਦੀ ਸਕੀ ਮਾਂ ਦੀ ਭੈਣ। ਇਸ ਗੱਲ ਤੇ ਤਾਂ ਉਹ ਹੋਰ ਵੀ ਫਟੀਆਂ ਹੋਈਆਂ ਅੱਖਾਂ ਦੇ ਨਾਲ ਮੈਨੂੰ ਦੇਖ ਰਹੀ ਸੀ। ਮੈਂ ਉਸਨੂੰ ਦੱਸਿਆ ਕਿ ਜਿਸ ਦਿਨ ਖੁਸ਼ੀ ਦੀ ਮੌਤ ਹੋਈ ਸੀ ਮੈਂ ਉਸ ਦਿਨ ਇੱਥੇ ਆਈ ਸੀ ਅਤੇ ਮੈਨੂੰ ਉਸ ਦਿਨ ਪਤਾ ਲੱਗਿਆ ਸੀ ਕਿ ਖੁਸ਼ੀ ਦਾ ਕਤਲ ਹੋਇਆ ਹੈ। ਇਹ ਜਾਣਨ ਦੇ ਲਈ ਕਿ ਉਸ ਦਾ ਕਤਲ ਕਿਉਂ ਅਤੇ ਕਿਵੇਂ ਹੋਇਆ ਮੈਂ ਤੇਰੇ ਹੀ ਘਰ ਦੇ ਵਿੱਚ ਨੌਕਰਾਨੀ ਬਣ ਕੇ ਰਹਿਣ ਲੱਗੀ ਤਾਂ ਕਿ ਮੈਂ ਤੇਰੇ ਤੇ ਨਜ਼ਰ ਰੱਖ ਸਕਾਂ। ਜਦੋਂ ਫਿਰ ਮੈਂ ਤੈਨੂੰ ਇੱਕ ਵਾਰ ਫੋਨ ਤੇ ਗੱਲਾਂ ਕਰਦੇ ਸੁਣਿਆ ਤਾਂ ਉਸ ਸਮੇਂ ਤੋਂ ਹੀ ਮੇਰਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਸੀ ਅਤੇ ਫਿਰ ਇਹ ਇਨਸਾਨ ਵੀ ਤੈਨੂੰ ਬਲੈਕਮੇਲ ਕਰ ਰਿਹਾ ਸੀ।
ਮੈਂ ਇਸੇ ਮੌਕੇ ਦੀ ਭਾਲ ਦੇ ਵਿੱਚ ਸੀ ਕਿ ਕਦੋਂ ਤੂੰ ਉਸ ਨੂੰ ਮਿਲੇ ਅਤੇ ਮੈਂ ਜਾਣ ਸਕਾਂ ਕਿ ਕਿਉਂ ਮੇਰੀ ਭਾਣਜੀ ਨੂੰ ਮਰਵਾਇਆ ਹੈ, ਕਿਉਂਕਿ ਆਸਾਨੀ ਦੇ ਨਾਲ ਤਾਂ ਤੂੰ ਕੁਝ ਵੀ ਪੁਲਿਸ ਨੂੰ ਨਹੀਂ ਦੱਸਣ ਵਾਲੀ ਸੀ, ਪਰ ਜਦੋਂ ਤੁਸੀਂ ਅੱਜ ਇਸ ਨੂੰ ਇੱਥੇ ਪੈਸੇ ਦੇਣ ਦੇ ਲਈ ਇੱਥੇ ਬੁਲਾਇਆ ਤਾਂ ਮੈਂ ਪੁਲਿਸ ਨੂੰ ਵੀ ਇੱਥੇ ਬੁਲਾ ਲਿਆ ਸੀ ਤਾਂ ਕਿ ਅਸੀਂ ਵੀ ਜਾਣ ਸਕੀਏ ਕਿ ਤੂੰ ਕਿਸ ਕੰਮ ਦੇ ਪੈਸੇ ਦੇਣ ਦੇ ਲਈ ਉਸ ਨੂੰ ਇੱਥੇ ਬੁਲਾ ਰਹੀ ਹੈ ਅਤੇ ਇਹ ਤੈਨੂੰ ਕਿਉਂ ਬਲੈਕਮੇਲ ਕਰ ਰਿਹਾ ਸੀ। ਅਜੇ ਵੀ ਦਾਮਨੀ ਨੂੰ ਕੋਈ ਜਵਾਬ ਨਹੀਂ ਆ ਰਿਹਾ ਸੀ। ਮਹਿਲਾ ਪੁਲਿਸ ਇੰਸਪੈਕਟਰ ਨੇ ਫਿਰ ਤੋਂ ਦਾਮਨੀ ਦੇ ਮੂੰਹ ਤੇ 2-3 ਥੱਪੜ ਮਾਰ ਦਿੱਤੇ ਸਨ ਅਤੇ ਉਸ ਨੂੰ ਸੱਚ ਦੱਸਣ ਦੇ ਲਈ ਕਿਹਾ ਸੀ। ਇਸ ਵਾਰ ਉਹ ਰੋਣ ਲੱਗੀ ਸੀ ਅਤੇ ਫਿਰ ਸੱਚ ਦੱਸਣ ਦੇ ਲਈ ਤਿਆਰ ਹੋ ਗਈ ਸੀ, ਕਿਉਂਕਿ ਹੁਣ ਉਸ ਦੇ ਕੋਲ ਸੱਚ ਦੱਸਣ ਤੋਂ ਇਲਾਵਾ ਹੋਰ ਕੋਈ ਦੂਜਾ ਰਾਸਤਾ ਨਹੀਂ ਸੀ। ਉਸਨੇ ਖੁਦ ਆਪਣੇ ਮੂੰਹ ਦੇ ਨਾਲ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸਨੇ ਕਿਹਾ ਕਿ ਮੈਂ ਇੱਕ ਗਰੀਬ ਪਰਿਵਾਰ ਤੋਂ ਸੀ, ਮੈਨੂੰ ਮੇਰੇ ਪਤੀ ਨੇ ਸਹਾਰਾ ਦਿੱਤਾ ਅਤੇ ਮੇਰੇ ਨਾਲ ਵਿਆਹ ਕੀਤਾ। ਮੇਰੇ ਪਹਿਲਾਂ ਤੋਂ ਹੀ 2 ਬੱਚੇ ਸਨ। ਮੈਂ ਆਪਣੇ ਬੱਚਿਆਂ ਨੂੰ ਐਸ਼ ਦੀ ਜ਼ਿੰਦਗੀ ਦੇਣਾ ਚਾਹੁੰਦੀ ਸੀ। ਮੈਨੂੰ ਪਤਾ ਲੱਗਿਆ ਸੀ ਕਿ ਮੇਰਾ ਵਿਆਹ ਇੱਕ ਬਹੁਤ ਹੀ ਅਮੀਰ ਆਦਮੀ ਦੇ ਨਾਲ ਹੋਣ ਜਾ ਰਿਹਾ ਹੈ, ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਲੁਕੋ ਦਿੱਤਾ ਅਤੇ ਕਦੇ ਵੀ ਆਪਣੇ ਪਤੀ ਨੂੰ ਆਪਣੇ ਬੱਚਿਆਂ ਦੇ ਬਾਰੇ ਨਹੀਂ ਦੱਸਿਆ। ਲੁਕ ਕੇ ਮੈਂ ਆਪਣੇ ਬੱਚਿਆਂ ਨੂੰ ਮਿਲਣ ਲੱਗੀ। ਮੈਂ ਚਾਹੁੰਦੀ ਸੀ ਕਿ ਇਹ ਸਾਰੀ ਜਾਇਦਾਦ ਮੇਰੀ ਅਤੇ ਮੇਰੇ ਬੱਚਿਆਂ ਦੀ ਹੋ ਜਾਵੇ। ਮੈਂ ਆਪਣੇ ਬੱਚਿਆਂ ਨੂੰ ਇਸ ਘਰ ਦੇ ਵਿੱਚ ਲਿਆਉਣਾ ਚਾਹੁੰਦੀ ਸੀ, ਸਭ ਕੁਝ ਉਹਨਾਂ ਦੇ ਨਾਮ ਕਰ ਦੇਣਾ ਚਾਹੁੰਦੀ ਸੀ, ਪਰ ਮੇਰੇ ਪਤੀ ਦੀ ਤਾਂ ਪਹਿਲਾਂ ਤੋਂ ਹੀ ਇੱਕ ਬੇਟੀ ਸੀ। ਉਹ ਮੇਰੇ ਬੱਚਿਆਂ ਦੇ ਬਾਰੇ ਬਾਅਦ ਦੇ ਵਿੱਚ ਸੋਚਦਾ, ਪਹਿਲਾਂ ਤਾਂ ਉਹ ਆਪਣੀ ਬੇਟੀ ਦੇ ਬਾਰੇ ਹੀ ਸੋਚਦਾ। ਮੈਂ ਜਾਣਦੀ ਸੀ ਕਿ ਜ਼ਰੂਰ ਉਸਨੇ ਇਹ ਸਭ ਕੁਝ ਆਪਣੀ ਬੇਟੀ ਦੇ ਨਾਮ ਕਰ ਦਿੱਤਾ ਹੋਵੇਗਾ। ਵਿਆਹ ਦੇ ਬਾਅਦ ਮੈਂ ਆਪਣਾ ਹਰ ਇੱਕ ਸ਼ੌਂਕ ਪੂਰਾ ਕਰਨ ਲੱਗੀ ਸੀ। ਮੇਰੇ ਹਾਵ ਭਾਵ ਬਦਲ ਗਏ ਸਨ। ਮੈਂ ਆਪਣੇ ਪਤੀ ਦਾ ਪੈਸਾ ਬਹੁਤ ਲੁਟਾਉਂਦੀ ਸੀ ਅਤੇ ਚੁੱਪਚਾਪ ਆਪਣੇ ਬੱਚਿਆਂ ਨੂੰ ਵੀ ਪੈਸੇ ਦੇ ਦਿੰਦੀ ਸੀ। ਉਹਨਾਂ ਦੀਆਂ ਖੁਆਇਸ਼ਾਂ ਨੂੰ ਪੂਰਾ ਕਰਿਆ ਕਰਦੀ ਸੀ। ਜਦੋਂ ਮੇਰੇ ਪਤੀ ਨੇ ਮੇਰੀ ਇਹ ਹਰਕਤ ਦੇਖੀ ਤਾਂ ਉਹ ਮੇਰੇ ਨਾਲ ਨਾਰਾਜ਼ ਰਹਿਣ ਲੱਗੇ ਸਨ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਬਹੁਤ ਫਜ਼ੂਲ ਖਰਚਾ ਕਰਦੇ ਹੋ। ਮੇਰੀ ਪਹਿਲੀ ਪਤਨੀ ਇਸ ਤਰ੍ਹਾਂ ਦੀ ਬਿਲਕੁਲ ਵੀ ਨਹੀਂ ਸੀ ਅਤੇ ਨਾ ਹੀ ਮੇਰੀ ਬੇਟੀ ਇਸ ਤਰ੍ਹਾਂ ਦੀ ਹੈ। ਅਤੇ ਫਿਰ ਹੌਲੀ-ਹੌਲੀ ਖੁਸ਼ੀ ਜਵਾਨ ਹੋਣ ਲੱਗੀ ਸੀ। ਵਿਆਹ ਤੋਂ ਬਾਅਦ ਮੈਂ ਕਦੇ ਵੀ ਆਪਣੇ ਪਤੀ ਦੀ ਸੇਵਾ ਨਹੀਂ ਕੀਤੀ, ਕਿਉਂਕਿ ਮੈਨੂੰ ਤਾਂ ਪਹਿਲੀ ਵਾਰ ਦੌਲਤ ਮਿਲੀ ਸੀ, ਬਸ ਉਸ ਨੂੰ ਦੋਨੇ ਹੱਥਾਂ ਦੇ ਨਾਲ ਲੁਟਾ ਰਹੀ ਸੀ। ਫਿਰ ਇੱਕ ਦਿਨ ਅਜਿਹਾ ਆਇਆ ਕਿ ਮੇਰੇ ਪਤੀ ਨੂੰ ਅਧਰੰਗ ਹੋ ਗਿਆ ਅਤੇ ਉਹ ਬਹੁਤ ਬਿਮਾਰ ਹੋ ਗਿਆ ਸੀ, ਬਿਸਤਰੇ ਤੇ ਹੀ ਪੈ ਗਿਆ ਸੀ। ਮੈਂ ਉਸ ਸਮੇਂ ਵੀ ਉਸ ਦੀ ਸੇਵਾ ਨਹੀਂ ਕੀਤੀ ਅਤੇ ਮੈਂ ਸਮਝ ਗਈ ਸੀ ਕਿ ਮੇਰਾ ਪਤੀ ਕੁਝ ਸਮੇਂ ਦਾ ਹੀ ਮਹਿਮਾਨ ਹੈ, ਇਸ ਕਰਕੇ ਮੈਂ ਖੁਸ਼ੀ ਦੇ ਨਾਲ ਵੀ ਚੰਗਾ ਵਿਵਹਾਰ ਨਹੀਂ ਕਰਦੀ ਸੀ। ਖੁਸ਼ੀ ਬਹੁਤ ਚੰਗੀ ਸੀ ਅਤੇ ਉਹ ਸਾਰੇ ਲੋਕਾਂ ਨੂੰ ਇਹੀ ਦੱਸਦੀ ਸੀ ਕਿ ਮੈਂ ਉਸਦੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੀ ਹਾਂ, ਪਰ ਮੈਨੂੰ ਕਦੇ ਇੰਨੀ ਵੇਲ ਹੀ ਨਹੀਂ ਮਿਲੀ ਸੀ ਕਿ ਮੈਂ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਛੱਡ ਕੇ ਉਹਨਾਂ ਬਾਪ ਬੇਟੀ ਨੂੰ ਦੇਖਾਂ। ਮੈਂ ਤਾਂ ਸਿਰਫ ਆਪਣਾ ਤੇ ਆਪਣੇ ਬੱਚਿਆਂ ਦਾ ਫਾਇਦਾ ਦੇਖਦੀ ਸੀ। ਮੇਰਾ ਪਹਿਲਾ ਪਤੀ ਮਰ ਗਿਆ ਸੀ, ਇਸ ਕਰਕੇ ਮੈਂ ਦੂਜੇ ਪਤੀ ਦੀ ਜਾਇਦਾਦ ਦੇ ਵਿੱਚੋਂ ਆਪਣਾ ਤੇ ਆਪਣੇ ਬੱਚਿਆਂ ਦਾ ਫਾਇਦਾ ਸੋਚਦੀ ਸੀ। ਫਿਰ ਮੇਰਾ ਦੂਜਾ ਪਤੀ ਵੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਅਤੇ ਮੈਨੂੰ ਇਸ ਦਿਨ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਮੈਂ ਜਾਣਦੀ ਸੀ ਮੇਰੇ ਪਤੀ ਨੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਆਪਣੀ ਬੇਟੀ ਦੇ ਨਾਮ ਕਰ ਦਿੱਤੀ ਹੋਵੇਗੀ, ਇਸ ਕਰਕੇ ਮੈਨੂੰ ਹੁਣ ਖੁਸ਼ੀ ਨੂੰ ਵੀ ਰਾਸਤੇ ਤੋਂ ਹਟਾਉਣਾ ਪੈਣਾ ਸੀ। ਖੁਸ਼ੀ ਆਪਣੀ ਪਿਤਾ ਦੀ ਮੌਤ ਦੇ ਕਾਰਨ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ। ਉਸ ਰਾਤ ਵਿਆਹ ਦਾ ਬਹਾਨਾ ਮਾਰ ਕੇ ਮੈਂ ਘਰੋਂ ਬਾਹਰ ਨਿਕਲ ਗਈ ਸੀ। ਸਾਰੇ ਨੌਕਰਾਂ ਨੂੰ ਵੀ ਮੈਂ ਛੁੱਟੀ ਦੇ ਦਿੱਤੀ ਸੀ। ਇਹ ਆਦਮੀ ਇੱਕ ਕਿਲਰ ਹੈ। ਮੈਂ ਇਸ ਨੂੰ ਪੈਸੇ ਦਿੱਤੇ ਸਨ ਅਤੇ ਇਸ ਨੂੰ ਕਿਹਾ ਸੀ ਕਿ ਤੂੰ ਖੁਸ਼ੀ ਨੂੰ ਮਾਰ ਕੇ ਉਸ ਦਾ ਕੰਮ ਖਤਮ ਕਰਨਾ ਹੋਵੇਗਾ। ਉਸਨੇ ਖੁਸ਼ੀ ਨੂੰ ਗੋਲੀ ਮਾਰ ਦਿੱਤੀ ਸੀ ਤੇ ਮੇਰਾ ਕੰਮ ਆਸਾਨ ਹੋ ਗਿਆ ਸੀ। ਮੈਂ ਪੁਲਿਸ ਨੂੰ ਨਹੀਂ ਬੁਲਾਇਆ ਸੀ, ਜਦੋਂ ਕਿ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਪੁਲਿਸ ਨੂੰ ਬੁਲਾ ਕੇ ਇਹ ਕੇਸ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮੈਂ ਇਹ ਚਾਹੁੰਦੀ ਸੀ ਕਿ ਇਹ ਕਹਾਣੀ ਖੁੱਲ੍ਹ ਕੇ ਪੁਲਿਸ ਦੇ ਸਾਹਮਣੇ ਨਾ ਆਵੇ, ਕਿਉਂਕਿ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਅਸਲੀ ਕਾਤਲ ਦੇ ਬਾਰੇ ਪਤਾ ਲੱਗ ਜਾਂਦਾ ਅਤੇ ਮੇਰਾ ਵੀ ਸੱਚ ਖੁੱਲ੍ਹ ਕੇ ਸਭ ਦੇ ਸਾਹਮਣੇ ਆ ਜਾਂਦਾ। ਮੈਂ ਉਸਨੂੰ ਕਿਹਾ, ਪਰ ਜਿਸ ਰਾਤ ਖੁਸ਼ੀ ਦੀ ਮੌਤ ਹੋਈ ਸੀ ਉਸ ਦਿਨ ਪੁਲਿਸ ਆਈ ਸੀ ਤਾਂ ਉਹ ਕਹਿਣ ਲੱਗੀ ਕਿ ਨਹੀਂ, ਉਹ ਪੁਲਿਸ ਨਹੀਂ ਬਲਕਿ ਉਹ 2 ਐਕਟਰ ਸਨ ਜਿਨ੍ਹਾਂ ਨੂੰ ਮੈਂ ਪੁਲਿਸ ਦੀ ਐਕਟਿੰਗ ਕਰਨ ਦੇ ਲਈ ਇੱਥੇ ਬੁਲਾਇਆ ਸੀ, ਤਾਂ ਕਿ ਆਸੇ-ਪਾਸੇ ਦੇ ਲੋਕ ਇਹ ਦੇਖ ਸਕਣ ਕਿ ਮੈਂ ਪੁਲਿਸ ਨੂੰ ਬੁਲਾਇਆ ਹੈ ਅਤੇ ਪੁਲਿਸ ਜਾਂਚ ਕਰਕੇ ਚਲੀ ਗਈ। ਇਹ ਸੱਚਮੁੱਚ ਬਹੁਤ ਚਲਾਕ ਔਰਤ ਸੀ। ਇਹ ਪੂਰੀ ਗੱਲ ਸਾਨੂੰ ਦੱਸ ਚੁੱਕੀ ਸੀ। ਉਸ ਕਿਲਰ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਸੀ ਕਿ ਉਸ ਦੇ ਕਹਿਣ ਤੇ ਉਸਨੇ ਖੁਸ਼ੀ ਦਾ ਮਰਡਰ ਕੀਤਾ ਸੀ। ਉਸਨੇ ਕਿਹਾ ਸੀ ਕਿ ਉਹ ਇੱਕ ਮਾਮੂਲੀ ਜਿਹਾ ਕਿਲਰ ਹੈ ਜੋ ਥੋੜੇ ਬਹੁਤੇ ਪੈਸਿਆਂ ਦੇ ਲਈ ਲੋਕਾਂ ਦੇ ਕਹਿਣ ਤੇ ਕਤਲ ਕਰ ਦਿੰਦਾ ਹੈ, ਪਰ ਇਸ ਵਾਰ ਉਸ ਨੂੰ ਦਾਮਨੀ ਵਰਗੀ ਔਰਤ ਨੇ ਪੈਸੇ ਦਿੱਤੇ ਸਨ ਤਾਂ ਉਸਨੇ ਸੋਚਿਆ ਕਿ ਕਿਉਂ ਨਾ ਉਹ ਇਸ ਤੋਂ ਆਪਣਾ ਬਿਜ਼ਨਸ ਕਰ ਲਵੇ। ਉਹ ਦਾਮਨੀ ਨੂੰ ਬਲੈਕਮੇਲ ਕਰਕੇ ਉਸ ਤੋਂ ਪੈਸੇ ਲੈਂਦਾ ਸੀ ਕਿ ਜੇਕਰ ਤੁਸੀਂ ਮੈਨੂੰ ਹੋਰ ਪੈਸੇ ਨਾ ਦਿੱਤੇ ਤਾਂ ਮੈਂ ਪੁਲਿਸ ਨੂੰ ਸਭ ਕੁਝ ਦੱਸ ਦਿਆਂਗਾ। ਦਾਮਨੀ ਨੂੰ ਡਰ ਸੀ ਕਿ ਉਹ
ਪੁਲਿਸ ਨੂੰ ਸਭ ਕੁਝ ਨਾ ਦੱਸ ਦੇਵੇ। ਇਸ ਕਰਕੇ ਉਹ ਉਸਨੂੰ ਉਸਦਾ ਮੂੰਹ ਬੰਦ ਕਰਨ ਦੇ ਲਈ ਉਸਨੂੰ ਦੁਬਾਰਾ ਤੋਂ 10 ਲੱਖ ਰੁਪਏ ਦੇ ਰਹੀ ਸੀ। ਉਹ ਬਹੁਤ ਰੋ ਰਹੀ ਸੀ, ਤੜਫ ਰਹੀ ਸੀ ਕਿ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ। ਪਰ ਉਸ ਦੀ ਗਲਤੀ ਮਾਫ ਕਰਨ ਦੇ ਲਾਇਕ ਨਹੀਂ ਸੀ। ਉਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ। ਪੁਲਿਸ ਨੇ ਉਸ ਆਦਮੀ ਅਤੇ ਉਸ ਔਰਤ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਸੀ, ਪਰ ਉਹ ਆਪਣੇ ਪਲਾਨ ਦੇ ਵਿੱਚ ਕਾਮਯਾਬ ਨਹੀਂ ਹੋਈ ਸੀ, ਜਿਸ ਦੇ ਲਈ ਉਸਨੇ ਮੇਰੀ ਭਾਣਜੀ ਨੂੰ ਮਾਰ ਦਿੱਤਾ ਸੀ। ਕਿਉਂਕਿ ਕੁਝ ਦਿਨਾਂ ਬਾਅਦ ਹੀ ਸਾਨੂੰ ਪਤਾ ਲੱਗਿਆ ਸੀ ਕਿ ਮੇਰੇ ਜੀਜੂ ਦੀ ਸਾਰੀ ਪ੍ਰਾਪਰਟੀ ਅਤੇ ਉਸ ਬੰਗਲੇ ਨੂੰ ਕਿਸੇ ਨੇ ਟਰਸਟ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੈਂ ਇਸ ਬਾਰੇ ਇਨਫੋਰਮੇਸ਼ਨ ਕੱਢੀ ਅਤੇ ਉਸ ਵਕੀਲ ਦੇ ਨਾਲ ਗੱਲ ਕੀਤੀ ਜੋ ਉੱਥੇ ਉਸ ਸਮੇਂ ਮੌਜੂਦ ਸੀ। ਉਸਨੇ ਮੈਨੂੰ ਪ੍ਰਾਪਰਟੀ ਦੇ ਪੇਪਰ ਦਿਖਾਏ ਸਨ ਕਿ ਮਰਨ ਤੋਂ ਪਹਿਲਾਂ ਇਹ ਸਭ ਕੁਝ ਜੀਜੂ ਦੇ ਨਾਮ ਸੀ, ਪਰ ਉਹਨਾਂ ਨੇ ਇਹ ਵਸੀਅਤ ਤਿਆਰ ਕਰਵਾਈ ਸੀ ਕਿ ਉਹ ਮਰਨ ਤੋਂ ਬਾਅਦ ਇਹ ਸਭ ਕੁਝ ਆਪਣੀ ਬੇਟੀ ਦੇ ਨਾਮ ਕਰ ਦੇਣਾ ਚਾਹੁੰਦਾ ਹੈ ਕਿ ਅੱਗੇ ਜਾ ਕੇ ਪਤਾ ਨਹੀਂ ਉਹਨਾਂ ਦੀ ਪਤਨੀ ਦਾ ਵਿਵਹਾਰ ਉਹਨਾਂ ਦੀ ਬੇਟੀ ਨਾਲ ਕਿਸ ਤਰ੍ਹਾਂ ਦਾ ਹੋਵੇਗਾ, ਕਿਉਂਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਆਪਣੀ ਦੂਜੀ ਪਤਨੀ ਪਸੰਦ ਨਹੀਂ ਸੀ। ਇਸ ਘਰ ਦੇ ਵਿੱਚ ਆਉਣ ਤੋਂ ਬਾਅਦ ਉਸ ਦੇ ਰੰਗ ਢੰਗ ਬਦਲ ਗਏ ਸਨ। ਉਹ ਗਰੀਬ ਪਰਿਵਾਰ ਦੇ ਵਿੱਚੋਂ ਸੀ, ਪਰ ਉਸ ਦੇ ਸ਼ੌਂਕ ਬਹੁਤ ਉੱਚੇ ਉੱਚੇ ਸਨ ਅਤੇ ਉਹ ਖੁਸ਼ੀ ਨੂੰ ਵੀ ਆਪਣੀ ਬੇਟੀ ਨਹੀਂ ਸਮਝਦੀ ਸੀ। ਇਹੀ ਸਭ ਕੁਝ ਦੇਖਦੇ ਹੋਏ ਉਹਨਾਂ ਨੇ ਇਹ ਸਭ ਕੁਝ ਆਪਣੀ ਬੇਟੀ ਦੇ ਨਾਮ ਕਰ ਦਿੱਤਾ। ਉਹ ਨਹੀਂ ਚਾਹੁੰਦੇ ਸਨ ਕਿ ਅੱਗੇ ਜਾ ਕੇ ਉਹਨਾਂ ਦੀ ਬੇਟੀ ਨੂੰ ਕੋਈ ਪਰੇਸ਼ਾਨੀ ਹੋਵੇ, ਪਰ ਫਿਰ ਵੀ ਜੇਕਰ ਉਹਨਾਂ ਦੀ ਬੇਟੀ ਦੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਫਿਰ ਇਹ ਸਾਰੀ ਪ੍ਰਾਪਰਟੀ ਉਹਨਾਂ ਨੇ ਬੇਟੀ ਦੇ ਮਰਨ ਤੋਂ ਬਾਅਦ ਇੱਕ ਟਰਸਟ ਦੇ ਨਾਮ ਹੋ ਜਾਵੇ। ਇਹ ਇੱਕ ਅਜਿਹਾ ਟਰਸਟ ਸੀ ਜਿਸ ਦੇ ਸਾਰੇ ਪੈਸੇ ਗਰੀਬ ਬੱਚਿਆਂ ਦੀ ਭਲਾਈ ਤੇ ਖਰਚੇ ਜਾਣੇ ਸਨ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ, ਪਰ ਓਨਾ ਹੀ ਅਫਸੋਸ ਦਾਮਨੀ ਤੇ ਹੋਇਆ ਸੀ ਕਿ ਉਸਨੇ ਇਸ ਜਾਇਦਾਦ ਨੂੰ ਹਾਸਲ ਕਰਨ ਦੇ ਲਈ ਮੇਰੀ ਭਾਣਜੀ ਦਾ ਕਤਲ ਕਰਵਾ ਦਿੱਤਾ ਸੀ। ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਜਾਇਦਾਦ ਤਾਂ ਖੁਸ਼ੀ ਦੇ ਮਰਨ ਤੋਂ ਬਾਅਦ ਵੀ ਉਸ ਦੀ ਨਹੀਂ ਹੋਣੀ ਸੀ। ਮੈਂ ਇਹੀ ਦੱਸਣ ਦੇ ਲਈ ਦਾਮਨੀ ਨੂੰ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਗਈ ਸੀ। ਜਦੋਂ ਮੈਂ ਉਸ ਨੂੰ ਇਹ ਸਭ ਕੁਝ ਦੱਸਿਆ ਤਾਂ ਉਹ ਆਪਣਾ ਸਿਰ ਫੜ ਕੇ ਰੋਣ ਲੱਗੀ ਸੀ ਅਤੇ ਮੇਰੇ ਅੱਗੇ ਬੇਨਤੀ ਕਰਨ ਲੱਗੀ ਕਿ ਪਲੀਜ਼ ਮੈਨੂੰ ਬਚਾ ਲਓ, ਪਰ ਮੈਂ ਤਾਂ ਉਸ ਨੂੰ ਸਜ਼ਾ ਦਿਵਾਉਣ ਦਾ ਇਰਾਦਾ ਕਰ ਲਿਆ ਸੀ। ਉਸ ਨੂੰ ਸਖਤ ਤੋਂ ਸਖਤ ਸਜ਼ਾ ਹੋਈ ਸੀ। ਆਪਣੇ ਸਵਾਰਥ ਦੇ ਲਈ ਇਨਸਾਨ ਕਿਸੇ ਵੀ ਹੱਦ ਤੱਕ ਡਿੱਗ ਜਾਂਦਾ ਹੈ। ਇਹ ਵੀ ਨਹੀਂ ਸੋਚਦਾ ਇਹ ਜ਼ਿੰਦਗੀ 2 ਪਲ ਦੀ ਹੈ। ਇਸ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਲਈ ਸਾਨੂੰ ਦੂਜਿਆਂ ਦੇ ਨਾਲ ਉਹਨਾਂ ਦੇ ਹਿਸਾਬ ਨਾਲ ਜਿਉਣਾ ਚਾਹੀਦਾ ਹੈ, ਉਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਹੈ। ਜੇਕਰ ਉਹ ਮੇਰੇ ਜੀਜੂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿੰਦੀ, ਉਹਨਾਂ ਦੀ ਬੇਟੀ ਨੂੰ ਆਪਣੀ ਬੇਟੀ ਮੰਨਦੀ, ਤਾਂ ਹੋ ਸਕਦਾ ਹੈ ਕਿ ਜੀਜਾ ਜੀ ਉਹਨਾਂ ਦੇ ਬੱਚਿਆਂ ਨੂੰ ਵੀ ਐਕਸੈਪਟ ਕਰ ਲੈਂਦੇ ਅਤੇ ਤਿੰਨੋਂ ਬੱਚਿਆਂ ਦੇ ਵਿੱਚ ਬਰਾਬਰ ਪ੍ਰਾਪਰਟੀ ਵੰਡ ਦਿੰਦੇ। ਪਰ ਦਾਮਨੀ ਨੂੰ ਤਾਂ ਆਪਣਾ ਤੇ ਆਪਣੇ ਬੱਚਿਆਂ ਦਾ ਹੀ ਫਾਇਦਾ ਦਿਖਦਾ ਸੀ। ਇਸ ਕਰਕੇ ਉਹ ਅੱਜ ਆਪਣੀ ਸਜ਼ਾ ਭੁਗਤ ਰਹੀ ਹੈ। ਇਸ ਗੱਲ ਨੂੰ ਕਾਫੀ ਸਮਾਂ ਹੋ ਗਿਆ। ਖੁਸ਼ੀ ਦੇ ਕਾਤਲਾਂ ਦਾ ਜਦੋਂ ਪਤਾ ਲੱਗ ਗਿਆ ਤਾਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਅਮਰੀਕਾ ਵਾਪਸ ਆ ਗਈ ਸੀ ਅਤੇ ਇਸ ਗੱਲ ਨੂੰ ਜਾਣ ਕੇ ਮੇਰੇ ਪਤੀ ਨੇ ਮੇਰੇ ਤੇ ਬਹੁਤ ਗਰਵ ਮਹਿਸੂਸ ਹੋਇਆ ਸੀ। ਅਤੇ ਇਸ ਤਰ੍ਹਾਂ ਦੀ ਹਿੰਮਤ ਹੀ ਤੁਸੀਂ ਆਪਣੇ ਵਿੱਚ ਪੈਦਾ ਕਰਨੀ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦਾ ਜੁਰਮ ਕੀਤੇ ਹੁੰਦਾ ਹੋਇਆ ਦੇਖੋ ਤਾਂ ਜ਼ਰੂਰ ਹਿੰਮਤ ਕਰੋ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।